ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦ ਸਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾ। ਧੰਨ ਸੋ ਵੇਲਾ ਘੜੀ ਤਨ ਤਨ ਮੂਰਤ ਪਲ ਸਾਰ। ਧੰਨ ਸੋ ਦਿਨ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਮਨ ਕੀਆ ਇੱਛਾ ਪੂਰੀਆਂ ਹਰ ਪਾਇਆ ਅਗਮ ਅਪਾਰ। ਹਉ ਮੈਂ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ। ਜਨ ਨਾਨਕ ਲੱਗਾ ਸੇਵ ਹਰ ਉਦਰਿਆ ਸਗਲ ਸੰਸਾਰ। ਤਿਨ ਬੇਦੀਆਂ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦਏ ਜਹ ਤਹ ਪਏ ਸਹਾਏ। ਵਾਹਿਗੁਰੂ ਜੀ ਗੁਰਮੁਖ ਸ਼ਾਸਤਰ ਸਿਮਰਤ ਬੇਦ। ਗੁਰਮੁਖ ਪਾਵੈ ਘਟ ਘਟ ਭੇਦ। ਗੁਰਮੁਖ ਵੈਰ ਵਿਰੋਧ ਗਵਾਵੈ। ਗੁਰਮੁਖ ਸਗਲੀ ਗਣਤ ਮਿਟਾਵੈ। ਗੁਰਮੁਖ ਰਾਮ ਨਾਮ ਰੰਗ ਰਾਤਾ। ਨਾਨਕ ਗੁਰਮੁਖ ਖਸਮ ਪਛਾਤਾ। ਗੁਰਮੁਖ ਸ਼ਾਸਤਰ ਸਿਮਰਤ ਬੇਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਸਿੱਧ ਗੋਸ਼ਟ 942 ਅੰਗ ਤੇ 37ਵੀਂ ਪੌੜੀ ਬਖਸ਼ਿਸ਼ ਕਰ ਰਹੇ ਨੇ। ਪਹਿਲਾਂ ਗੁਰਮੁਖ ਦੇ ਲੱਛਣ ਕਥਨ ਹੋਏ, ਫਿਰ ਨਾਮ ਦੇ ਲੱਛਣ ਕਥਨ ਹੋਏ ਨੇ। ਨਾਮ ਦੀਆਂ ਬਰਕਤਾਂ ਕੀ ਕੀ ਨੇ ਤੇ ਗੁਰਮੁਖ ਦੇ ਲੱਛਣ 35ਵੀਂ 36ਵੀਂ ਪੌੜੀ ਵਿੱਚ ਦੱਸੇ ਹਨ। 37ਵੀਂ ਪੌੜੀ ਸ਼ਰਵਣ ਕਰਨ ਜਾ ਰਹੇ ਹਾਂ। ਆਓ ਪਿਆਰ ਸਤਿਕਾਰ ਨਾਲ ਸ਼ਰਵਣ ਕਰੀਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਮੁਖ ਸ਼ਾਸਤਰ ਸਿਮਰਤ ਬੇਦ। ਸਤਿਗੁਰੂ ਫਰਮਾਉਂਦੇ ਨੇ ਕਿ ਗੁਰਮੁਖ ਜਿਹੜੇ ਜੀਵ ਨੇ ਉਹਨਾਂ ਨੂੰ ਸੁਤੇ ਸਿੱਧੀ ਇੰਨਾ ਵੱਡਾ ਗਿਆਨ ਹੋ ਜਾਂਦਾ ਕਿ ਸ਼ਾਸਤਰਾਂ ਸਿਮਰਤੀਆਂ ਅਤੇ ਵੇਦਾਂ ਦਾ ਸਾਰੇ ਗ੍ਰੰਥਾਂ ਦਾ ਸੁਭਾਵਕ ਹੀ ਗਿਆਨ ਹੋ ਜਾਂਦਾ ਹੈ। ਸੁਣਿਆ ਸਤ ਸੰਤੋਖ ਗਿਆਨ ਇਹ ਕਲਾ ਨਾਮ ਦੇ ਅੰਦਰ ਹੈ। ਜਿਵੇਂ ਇਹ
ਆਪਣੇ ਅੰਦਰ ਵੀ ਕਲਾ ਕੰਮ ਕਰਦੀ ਥੋੜ੍ਹੀ ਥੋੜ੍ਹੀ। ਆਪਾਂ ਕਈ ਵਾਰੀ ਸੁਭਾਵਕ ਕਹਿੰਦੇ ਮੈਨੂੰ ਹੀ ਇਉਂ ਲੱਗਦਾ ਕੋਈ ਗੜਬੜ ਹੈ, ਕਦੇ ਆਪਾਂ ਕਹਿੰਦੇ ਮੈਨੂੰ ਇਉਂ ਲੱਗਦਾ ਕਿ ਕੰਮ ਹੋ ਜਾਏਗਾ। ਇਹ ਹੁੰਦੀ ਸੋਝੀ, ਅੰਦਰੋਂ ਗਿਆਤ ਹੋਣੀ, ਅਨੁਭਵ ਹੋਣਾ। ਆਪਾਂ ਜਦੋਂ ਬਹੁਤ ਨਾਮ ਜਪਣ ਲੱਗ ਜਾਂਦੇ ਹਾਂ, ਇਹੀ ਤਾਕਤ ਅੰਦਰੋਂ ਇੰਨੀ ਪ੍ਰਬਲ ਹੋ ਜਾਂਦੀ ਹੈ, ਫਿਰ ਹਰ ਗੱਲ ਦਾ ਹੀ ਗਿਆਨ ਹੋਣਾ ਸ਼ੁਰੂ ਹੋ ਜਾਂਦਾ। ਫਿਰ ਅੰਦਰ ਇਤਨਾ ਪ੍ਰਕਾਸ਼ ਹੋ ਜਾਂਦਾ ਹੈ ਕਿ ਹਰੇਕ ਧਰਮ ਗ੍ਰੰਥ ਤਾਂ ਕੀ, ਸੰਸਾਰ ਦੀਆਂ 14 ਵਿਦਿਆ ਸਾਰੀਆਂ ਹੀ ਜੀਵ ਨੂੰ ਅੰਦਰੋਂ ਆਪਣੇ ਆਪ ਹੀ ਸੁੱਝ ਆਉਂਦੀਆਂ ਨੇ। ਇਹ ਇੱਕ ਨਾਮ ਦੀ ਕਲਾ ਹੈ। ਨਾਮ ਜਪਣ ਕਰਕੇ ਹਰ ਇੱਕ ਪ੍ਰਕਾਰ ਦਾ ਜਿਹੜਾ ਗਿਆਨ ਹੋਣਾ, ਇਸੇ ਨੂੰ ਬ੍ਰਹਮ ਗਿਆਨ ਕਹਿੰਦੇ ਨੇ। ਇਸ ਗਿਆਨ ਨੂੰ ਸਤਿਗੁਰੂ ਜੀ ਨੇ ਇਉਂ ਕਥਨ ਕੀਤਾ ਜਿਵੇਂ ਸ੍ਰੀ ਸੁਖਮਨੀ ਸਾਹਿਬ ਦੇ ਅਖੀਰ ਤੇ ਜਾ ਕੇ ਵਿਦਿਆ, ਤਪ, ਜੋਗ, ਪ੍ਰਭ ਧਿਆਨ, ਗਿਆਨ, ਸ੍ਰੇਸ਼ਟ, ਉੱਤਮ, ਇਸਨਾਨ, ਚਾਰ ਪਦਾਰਥ, ਕਮਲ ਪ੍ਰਗਾਸ। ਆਪ ਜੀ ਪੜ੍ਹੋ ਅਖੀਰਲੀ ਅਸ਼ਟਪਦੀ ਦੇ ਵਿੱਚ ਜਾ ਕੇ, ਇਹ ਸਾਰਾ ਕੀ ਹੈ? ਬ੍ਰਹਮ ਗਿਆਨ ਦਾ ਹੋਣਾ। ਬ੍ਰਹਮ ਗਿਆਨੀ ਨੂੰ ਅੱਧਾ ਕੁਐਸਚਨ ਕਰੀਏ, ਸਾਰਾ ਜਵਾਬ ਪਹਿਲਾਂ ਹੀ ਦੇ ਦਿੰਦੇ ਨੇ, ਕਿਉਂ? ਉਹਨਾਂ ਨੂੰ ਪਹਿਲਾਂ ਹੀ ਪਤਾ ਹੈ ਸਾਰਾ। ਆਪਾਂ ਵੀ ਜੇ ਚਾਹੁੰਦੇ ਹਾਂ ਕਿ ਗੁਰੂ ਦੇ ਅਨੁਸਾਰੀ ਹੋ ਕੇ ਰਹਿਤ ਮਰਿਆਦਾ ਨੂੰ ਕਮਾ ਕੇ ਸਿਮਰਨ ਦੇ ਵਿੱਚ ਜੁੜੀਏ, ਤਾਂ ਆਪਾਂ ਨੂੰ ਵੀ ਇਹ ਗਿਆਨ ਹੋ ਸਕਦਾ। ਸੁਤੇ ਸਿੱਧੀ ਸਾਰਾ ਗਿਆਨ ਹੋ ਜਾਂਦਾ ਗੁਰਮੁਖਾਂ ਨੂੰ। ਗੁਰਮੁਖ ਪਾਵੈ ਘਾਟ ਘਾਟ ਭੇਦ। ਜਿਹੜੇ ਗੁਰਮੁਖ ਹੁੰਦੇ ਨੇ ਨਾ, ਇਹਨਾਂ ਨੂੰ ਇਹ ਭੇਦ ਪਤਾ ਲੱਗ ਜਾਂਦਾ ਕਿ ਦਿਲਾਂ ਦਿਲਾਂ ਦੇ ਵਿੱਚ, ਹਿਰਦਿਆਂ ਹਿਰਦਿਆਂ ਦੇ ਵਿੱਚ, ਹਰ ਪਸ਼ੂ, ਹਰ ਪੰਛੀ, ਹਰ ਥਾਂ ਤੇ ਸਰਬ ਵਿਆਪਕ ਜੋਤ ਵਾਹਿਗੁਰੂ ਦੀ ਨਜ਼ਰ ਆ ਜਾਂਦੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਐਸਾ ਗਿਆਨ ਜੀਵਾਂ ਦੇ ਅੰਦਰ ਉੱਗ ਪੈਂਦਾ, ਪ੍ਰਗਟ ਹੋ ਜਾਂਦਾ, ਪ੍ਰਕਾਸ਼ਮਾਨ ਹੋ ਜਾਂਦਾ ਹੈ। ਹੁਣ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਇਹ ਸੁਣਨ ਵਿੱਚ ਬੜੀਆਂ ਸਵਾਦਲੀਆਂ ਲੱਗਦੀਆਂ, ਗੁਰੂ ਕੇ ਬਚਨ ਵੀ ਚੰਗੇ ਲੱਗਦੇ ਨੇ। ਪਰ ਆਪਾਂ ਘੜੀ ਅੱਖਾਂ ਮੀਚ ਕੇ ਜੇ ਕਹੀਏ ਕਿ ਮੈਨੂੰ ਗਿਆਨ ਹੋ ਜਾਵੇ, ਜਾਂ ਥੋੜ੍ਹਾ ਜਿਹਾ ਸਿਮਰਨ, ਥੋੜ੍ਹਾ ਜਿਹਾ ਪਾਠ ਕੀਤਾ, ਮੈਨੂੰ ਤਾਂ ਗਿਆਨ ਨਹੀਂ ਹੋਇਆ। ਇਹ ਬਹੁਤ ਜ਼ਿਆਦਾ ਜਿਨ੍ਹਾਂ ਨੇ ਭਗਤੀ ਕੀਤੀ ਹੈ ਅੰਮ੍ਰਿਤ ਵੇਲੇ, ਜਾਂ ਸਾਰੀ ਸਾਰੀ ਰਾਤ ਬਹਿ ਕੇ ਭਗਤੀ ਕੀਤੀ, ਉਹਨਾਂ ਨੂੰ ਗਿਆਨ ਹੋਇਆ। ਇਹ ਛੋਟਾ ਜਿਹਾ ਗਿਆਨ ਨਹੀਂ ਹੈ। ਜਿਨ੍ਹਾਂ ਨੇ ਬੜੀਆਂ ਵੱਡੀਆਂ ਕਲਾਸਾਂ, ਜਿਵੇਂ ਕਿ ਮੇਨ ਜ਼ਿਆਦਾਤਰ ਡਾਕਟਰੀ ਵਾਲੇ ਜਿਹੜੇ ਨੇ, ਇੰਜੀਨੀਅਰਿੰਗ ਕਰਨ ਵਾਲੇ ਨੇ, ਹੋਰ ਵੀ ਕਈ ਐਸੀਆਂ ਉੱਚੀਆਂ ਪੜ੍ਹਾਈਆਂ ਨੇ ਜਿਹਦੇ ਵਿੱਚ ਬੱਚਿਆਂ ਨੂੰ ਸਾਰੀ ਸਾਰੀ ਰਾਤ ਬੈਠੇ ਰਹਿਣਾ ਪੈਂਦਾ, ਪੜ੍ਹਾਈ ਕਰੀ ਜਾਂਦੇ ਨੇ। ਨਹੀਂ ਪਤਾ ਲੱਗਦਾ ਦਿਨ ਕਿੱਥੇ ਹੈ, ਰਾਤ ਕਿੱਥੇ ਹੈ। ਇਤਨੀ ਮਿਹਨਤ ਹੁੰਦੀ ਹੈ। ਰੋਟੀ ਦਾ ਵੀ ਧਿਆਨ ਨਹੀਂ ਰਹਿੰਦਾ, ਸੌਣ ਦਾ ਵੀ ਧਿਆਨ ਨਹੀਂ ਰਹਿੰਦਾ। ਫੇਰ ਜਾ ਕੇ ਕਿਤੇ ਉਹ ਇੰਨਾ ਉੱਚਾ ਅਹੁਦਾ ਪ੍ਰਾਪਤ ਕਰਦੇ ਨੇ। ਹੁਣ ਇਹ ਤਾਂ ਹੈ ਫਿਰ ਬ੍ਰਹਮ ਦਾ ਗਿਆਨ। ਉਹ ਤਾਂ ਇੱਕ ਗਿਆਨ ਹੈ ਨਾ। ਅੱਖਾਂ ਦਾ ਵੱਖਰਾ ਡਾਕਟਰ ਹੈ, ਕੰਨਾਂ ਦਾ, ਤੇ ਫਿਰ ਪੇਟ ਦਾ ਵੱਖਰਾ, ਇਹ ਜੀ ਫਲਾਨੀ ਬਿਮਾਰੀ ਦਾ ਵੱਖਰਾ ਡਾਕਟਰ, ਉੱਥੇ ਦਿਲ ਦਾ ਸਪੈਸ਼ਲਿਸਟ, ਹਾਰਟ ਸਪੈਸ਼ਲਿਸਟ ਵੱਖਰਾ ਹੈ। ਤੋ ਇਸ ਕਰਕੇ ਬ੍ਰਹਮ ਗਿਆਨੀ ਦੇ ਕੋਲ ਸਾਰਾ ਹੀ ਗਿਆਨ ਹੋ ਜਾਂਦਾ। ਉਹ ਸਾਰੇ ਕੰਮਾਂ ਵਿੱਚ ਹੀ ਸਪੈਸ਼ਲਿਸਟ ਹੋ ਜਾਂਦਾ ਜਿਹੜਾ ਗੁਰਮੁਖ ਹੁੰਦਾ। ਸੁਤੇ ਸਿੱਧੀ ਸਭ ਬਿਮਾਰੀਆਂ ਹਟਾਉਣ ਵਿੱਚ ਸਮਰੱਥ ਹੁੰਦਾ, ਪਰ ਉਹ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਹੁੰਦਾ। ਪਰ ਹਾਂ, ਉਹਨੂੰ ਗਿਆਨ ਸਾਰਾ ਹੁੰਦਾ। ਉਹ ਵੀ ਜੇ ਕੋਈ ਉਹਨਾਂ ਦੀ ਸੇਵਾ ਕਰੇ, ਥੋੜ੍ਹਾ ਜਿਹਾ ਤਰਸ ਆ ਜੇ ਕਿਸੇ ਤੇ, ਰਾਹ ਜ਼ਰੂਰ ਦੱਸ ਦਿੰਦੇ ਨੇ, ਸਿੱਧਾ ਨਹੀਂ ਬਚਨ ਕਰਦੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਤਾਂ ਹੈ ਕਿ ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਨਹਾਵੇ, ਉੱਥੇ ਜਾ ਕੇ ਜਿਹੜਾ ਨਹਾਉਂਦਾ ਹੈ ਉਹ ਸਾਰੇ ਪਾਪ ਲਾਹ ਲੈਂਦਾ ਹੈ, ਸਾਰੀਆਂ ਕੋਲਾਂ ਤਰ ਜਾਂਦੀਆਂ ਨੇ। ਔਰ ਜਾ ਕੇ ਗੁਰੂ ਦੇ ਦਰ ਦੇ ਉੱਤੇ ਕੀਰਤਨ ਸੁਣਨਾ, ਕਥਾ ਸੁਣਨੀ, ਸੱਚਮੁੱਚ ਉਹਨੂੰ ਕਮਾਉਣਾ, ਉਹਦੇ ਨਾਲ ਸਭ ਕੁਝ ਪ੍ਰਾਪਤ ਹੁੰਦਾ। ਮਨੁੱਖ ਨੂੰ ਇੱਕ ਕਾਹਲੀ ਹੁੰਦੀ ਕਿ ਮੈਂ ਇਹ ਕੰਮ ਤਤਕਾਲ ਕਰ ਦੇਵਾਂ, ਬਈ ਇਹ 6 ਮਹੀਨਿਆਂ 'ਚ ਹੋਇਆ ਨਹੀਂ, ਇਹ ਸਾਲ ਹੋ ਗਿਆ। ਨਹੀਂ, ਕਾਫੀ ਕਰੜੀ
ਮਿਹਨਤ ਹੁੰਦੀ ਹੈ। ਜਿੰਨੀ ਨਾਮ ਤੇ ਆਇਆ ਗਏ ਮਸੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਫਿਰ ਇੱਕ ਨਹੀਂ ਤਰਦਾ, ਫਿਰ ਲੱਖਾਂ ਜੀਵ ਉਹਦੇ ਨਾਲ ਤਰਦੇ ਨੇ, ਲੱਖਾਂ ਜੀਵਾਂ ਦਾ ਭਲਾ ਹੁੰਦਾ। 21 ਕੁਲਾਂ ਤਰਦੀਆਂ ਉਹਦੀਆਂ, 7 ਨਾਨਕਿਆਂ ਦੀਆਂ, 7 ਦਾਦਕਿਆਂ ਦੀਆਂ, 7 ਸਹੁਰਿਆਂ ਦੀਆਂ। ਜਿਨ੍ਹਾਂ ਗੱਲਾਂ ਤੇ ਅੱਜ ਜ਼ਮਾਨਾ ਯਕੀਨ ਨਹੀਂ ਕਰਦਾ, ਇਹ ਸੱਚ। ਕਿਉਂਕਿ ਗੁਰਮੁਖਾਂ ਦੇ ਅੰਦਰ ਸਾਰੀ ਵੈਰ ਭਾਵਨਾ ਮਿਟ ਜਾਂਦੀ, ਸਾਰਿਆਂ ਦੇ ਦਿਲਾਂ 'ਚ ਇੱਕ ਆਪ ਬੈਠਾ ਨਜ਼ਰ ਆ ਰਿਹਾ ਵਾਹਿਗੁਰੂ। ਜਿਵੇਂ ਮਹਾਰਾਜ ਨੇ ਬਚਨ ਕੀਤਾ ਹੈ, ਨਾ ਕੋ ਬੈਰੀ ਨਾਹੇ ਬੇਗਾਨਾ, ਸਗਲ ਸੰਗ ਹਮ ਕੋ ਬਾਨੇ ਆਈ। ਗੁਰਮੁਖ ਵੈਰ ਵਿਰੋਧ ਗਵਾਵੈ। ਗੁਰਮੁਖ ਇੱਕ ਦੂਜੇ ਨਾਲ ਜਿਹੜਾ ਵੈਰ ਵਿਰੋਧ ਵਾਲਾ ਭੇਦ ਭਾਵ ਹੈ ਨਾ, ਇਹਨੂੰ ਦੂਰ ਆਪਣੇ ਅੰਦਰੋਂ ਕਰ ਦਿੰਦੇ ਨੇ। ਕਿਉਂ? ਵੈਰ ਕਿਹਦੇ ਨਾਲ ਕਰਨਾ? ਹੁਣ ਭਗਤ ਨਾਮਦੇਵ ਜੀ ਨੇ ਦੇਖਿਆ ਬਈ ਸ਼ੇਰ ਆ ਗਿਆ, ਉਹਦੇ ਵਿੱਚ ਵੀ ਪ੍ਰਮਾਤਮਾ ਨੂੰ, ਸੱਪ ਦੇ ਵਿੱਚ ਵੀ ਦੇਖਿਆ, ਵੱਡਾ ਸਾਰਾ ਦੈਂਤ ਆ ਗਿਆ, ਉਹਦੇ ਵਿੱਚ ਵੀ ਪ੍ਰਮਾਤਮਾ ਨੂੰ ਦੇਖਿਆ। ਹਰ ਜਗ੍ਹਾ ਦੇ ਉੱਤੇ ਪ੍ਰਮਾਤਮਾ ਨੂੰ ਦੇਖਣਾ, ਕੂਕਰ ਵਿੱਚ ਪ੍ਰਮਾਤਮਾ ਨੂੰ ਦੇਖਣਾ। ਸੋ ਹਰ ਜਗ੍ਹਾ ਦੇ ਉੱਤੇ ਪ੍ਰਮਾਤਮਾ ਨੂੰ ਜਦੋਂ ਦੇਖਿਆ ਹੈ, ਕਿਹਦੇ ਨਾਲ ਵੈਰ ਕਰੀਏ? ਦੂਜਾ ਕੋਈ ਨਜ਼ਰ ਹੀ ਨਹੀਂ ਆਉਂਦਾ। ਗੁਰਮੁਖ ਸਗਲੀ ਗਣਤ ਮਿਟਾਵੈ। ਗੁਰਮੁਖ ਜਿਹੜੇ ਉਹ ਸਾਰੀਆਂ ਗਿਣਤੀਆਂ ਚਿੰਤਾਵਾਂ ਮੁਕਾ ਦਿੰਦੇ ਨੇ। ਗਿਣਤੀਆਂ ਮਿਣਤੀਆਂ ਸਭ ਭੇਦ ਭਾਵ ਵਾਲੀ ਗਿਣਤੀ, ਪਰਮਾਤਮਾ ਨਾਲ ਵੀ ਕੋਈ ਗਿਣਤੀ ਨਹੀਂ ਹੈ ਉਹਨਾਂ ਦੀ। ਕਿਉਂਕਿ ਜਦੋਂ ਲੀਨ ਹੀ ਉਹਦੇ ਵਿੱਚ ਹੋ ਜਾਂਦੇ ਨੇ, ਆਪਾਂ ਕਹਿੰਦੇ ਇਹ ਨਦੀ ਆਪਣਾ 500 ਕਿਲੋਮੀਟਰ 1200 ਕਿਲੋਮੀਟਰ ਜਾਂ 5000 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਸਮੁੰਦਰ 'ਚ ਪਈ ਨਦੀ ਹੈ ਨਾ। ਸਮੁੰਦਰ ਕਿਹੜਾ ਪੈਂਡਾ ਤੈਅ ਕਰਦਾ? ਜਦੋਂ ਨਦੀ ਵਿੱਚ ਰਲ ਜਾਂਦੀ ਹੈ, ਉੱਥੇ ਕਿਹੜਾ ਪੈਂਡਾ ਰਹਿ ਗਿਆ? ਜਦੋਂ ਜੀਵ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਨੇ, ਉੱਥੇ ਕਿਹੜੀ ਗਿਣਤੀ ਰਹਿ ਗਈ? ਲੋਕੀ ਕਹਿੰਦੇ ਮਰਨ ਤੋਂ ਬਾਅਦ ਵਾਹਿਗੁਰੂ ਵਿੱਚ ਮਿਲ ਗਿਆ। ਨਹੀਂ, ਗੁਰਮੁਖ ਜਿਉਂਦੇ ਜੀ ਵਾਹਿਗੁਰੂ 'ਚ ਲੀਨ ਹੋ ਜਾਂਦੇ ਨੇ। ਗੁਰਮੁਖ ਰਾਮ ਨਾਮ ਰੰਗ ਰਾਤਾ। ਜਿਹੜੇ ਗੁਰਮੁਖ ਨੇ ਉਹ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ। ਹਮੇਸ਼ਾ ਉਹਨਾਂ ਨੂੰ ਨਾਮ ਦਾ ਰੰਗ ਚੜ੍ਹਿਆ ਰਹਿੰਦਾ, ਆਨੰਦ ਬਣਿਆ ਰਹਿੰਦਾ। ਦੇਖਣਾ ਹੋਵੇ ਤਾਂ ਦੇਖੋ ਕਰਕੇ, ਜੇ ਰਹਿਤ ਬਹਿਤ ਵਾਲੇ ਹੋ ਤਾਂ ਖਾਣਾ ਪੀਣਾ ਸ਼ੁੱਧ ਹੈ, ਜੇ ਕਮਾਈ ਸ਼ੁੱਧ ਹੈ ਤਾਂ ਦੇਖੋ ਕਰਕੇ ਆਨੰਦ ਸਾਹਿਬ ਦੇ 5 ਪਾਠ ਰੋਜ਼ ਕਰਿਆ ਕਰੋ, 10 ਪਾਠ ਕਰਿਆ ਕਰੋ। ਕੋਈ 20 ਕਰ ਸਕਦਾ, ਕੋਈ 25। ਬਾਰ-ਬਾਰ ਰਿਪੀਟ ਆਨੰਦ ਸਾਹਿਬ 25 ਵਾਰੀ 20 ਵਾਰੀ ਕਰਨਾ ਅਜੀਬ ਤਰ੍ਹਾਂ ਦੀ ਇੱਕ ਆਨੰਦਮਈ ਅਵਸਥਾ ਬਣ ਜਾਵੇਗੀ ਥੋੜੇ ਦਿਨਾਂ 'ਚ। ਸੋ ਇਸ ਕਰਕੇ ਜਿਹੜਾ ਗੁਰਬਾਣੀ ਦਾ ਆਨੰਦ ਹੈ, ਜੋ ਗੁਰਮੁਖਾਂ ਨੂੰ ਆਨੰਦ ਮਿਲਦਾ ਹੈ, ਉਹ ਰੰਗ ਰਤੜੇ ਗੁਰਮੁਖ। ਸਾਰੀਆਂ ਗਿਣਤੀਆਂ ਮਿਣਤੀਆਂ ਖਤਮ ਹੋ ਜਾਂਦੀਆਂ ਨੇ ਅੰਦਰੋਂ। ਹੁਣ ਤੇ ਲੋਕੀ ਚਾਹੁੰਦੇ ਨੇ ਮੈਨੂੰ ਰਾਜ ਮਿਲੇ, ਮੈਨੂੰ ਮੁਕਤੀ ਮਿਲੇ, ਪਦਾਰਥ ਮਿਲਣ। ਗੁਰਮੁਖ ਕਹਿੰਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਮੁਕਤ ਬਪੜੀ ਪੀ ਗਿਆਨੀ ਤਿਆਗੈ, ਕਿਆ ਨਰਕ ਕਿਆ ਸੁਰਗ ਵਿਚਾਰੇ, ਸੰਤਨ ਦੋ ਰਾਧੇ। ਦੋਨੋਂ ਚੀਜ਼ਾਂ ਹੀ ਉਹਨਾਂ ਵਾਸਤੇ ਬੇਕਾਰ ਨੇ, ਕੁਛ ਨਹੀਂ ਚਾਹੀਦਾ ਉਹਨਾਂ ਨੂੰ। ਨਾਨਕ ਗੁਰਮੁਖ ਖਸਮ ਪਛਾਤਾ। ਕਿਉਂਕਿ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਗੁਰਮੁਖਾਂ ਨੇ ਆਪਣੇ ਮਾਲਕ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਪਹਿਲਾਂ ਦੇਖਿਆ। ਜਦੋਂ ਆਪਣੇ ਹਿਰਦੇ 'ਚ ਦਿਖ ਜਾਂਦੇ ਨੇ ਨਾ, ਫਿਰ ਦੂਜੇ ਦੇ ਵੀ ਦਿਖ ਜਾਂਦੇ ਨੇ, ਫਿਰ ਤੀਜੇ ਦੇ ਵੀ ਦਿਖ ਜਾਂਦੇ ਨੇ, ਫਿਰ ਪਸ਼ੂਆਂ ਪੰਛੀਆਂ ਵਿੱਚ ਵੀ ਸਾਰੇ ਕਿਤੇ ਫਿਰ ਦਿਖਦੇ। ਤਾਂ ਜੋਤ ਸਾਰੇ ਵਿਆਪਕ ਹੈ। ਇਹ ਤਾਂ ਤਾਰਿਆਂ ਵਿੱਚ ਵੀ ਉਹੀ ਜੋਤ ਕੰਮ ਕਰਦੀ, ਚੰਦਰਮਾ ਸੂਰਜ ਵਿੱਚ ਵੀ ਉਹੀ ਕੰਮ ਕਰਦੀ ਹੈ। ਫਿਰ ਹੌਲੀ ਹੌਲੀ ਮਿੱਟੀ ਦੇ ਕਿਣਕੇ ਵਿੱਚ ਵੀ ਉਹੀ ਜੋਤ ਦਿਖਦੀ ਹੈ। ਇਹਨੂੰ ਕਹਿੰਦੇ ਨੇ ਕਿ ਪ੍ਰਕਾਸ਼ ਹੋ ਗਿਆ। ਬ੍ਰਹਮ ਗਿਆਨ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮਨ ਦੇ ਅੰਦਰ ਪ੍ਰਗਾਸ ਹੋ ਗਿਆ। ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ, ਹਰ ਰਾਏ ਅੰਤਰ ਜੋਤ ਪ੍ਰਗਾਸੀਆ, ਨਾਨਕ ਨਾਮ ਸਮਾਏ। ਬਾਰ-ਬਾਰ ਇਹੀ ਬੇਨਤੀ ਕਰਦਾ ਕਿ ਮਿਹਨਤ ਕਰਨੀ ਪੈਂਦੀ ਹੈ। ਮੇਰੇ ਦੇਖਦਿਆਂ ਦੇਖਦਿਆਂ ਕਿੰਨਿਆਂ ਨੇ ਤਰੀਕਾ ਵਰਤਿਆ ਗੁਰਬਾਣੀ ਦਾ, ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਓ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਦੁਨੀਆ ਅੱਜ ਸਾਰੀ ਦੁਖੀ ਆ। ਦੁਖੀ ਹੋਣਾ ਗੁਰਬਾਣੀ ਨੇ ਸੁਖੀ ਕਰਨਾ ਹੈ। ਨਾਨਕ ਦੁਖੀਆ ਸਭ ਸੰਸਾਰ, ਮੰਨੈ ਨਾਉ ਸੋਈ ਜਨ ਜਾਏ। ਮਹਾਰਾਜ ਕਹਿੰਦੇ ਦੁਨੀਆ ਸਾਰੀ ਦੁਖੀ ਆ। 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰੋ,
ਜਾਂ ਫਿਰ ਮੂਲ ਮੰਤਰ ਦੀਆਂ 32 ਮਾਲਾ ਰੋਜ਼ ਕਰੋ, 25 ਕਰ ਲਓ, 21 ਕਰ ਲਓ। ਵੈਸੇ ਗਿਣਤੀ ਬੰਨ੍ਹ ਦਈਦੀ ਹੈ ਕਿਉਂਕਿ ਗਿਣਤੀ ਬੰਨ੍ਹੇ ਬਿਨਾਂ ਬੰਦਾ ਚੱਲਦਾ ਨਹੀਂ ਸ਼ੁਰੂ 'ਚ। ਹੌਲੀ ਹੌਲੀ ਫਿਰ ਜਦੋਂ ਮਨ ਲੱਗਣ ਲੱਗ ਜਾਂਦਾ ਫਿਰ ਤਾਂ ਬਹੁਤਾ ਹੀ ਜੀਅ ਕਰਦਾ, ਫਿਰ ਤਾਂ 32 ਛੱਡੋ 40 50 100 ਮਾਲਾ ਤੱਕ ਕਰਨ ਨੂੰ ਤਿਆਰ ਹੁੰਦਾ। 25 ਪਾਠ ਜਪਜੀ ਸਾਹਿਬ ਦੇ ਕਰਨ ਨੂੰ ਪਹਿਲਾਂ ਹੀ ਔਖੇ ਲੱਗਦੇ ਨੇ, ਜਦੋਂ ਬਾਅਦ 'ਚ ਆਨੰਦ ਬਣਿਆ ਕਹਿੰਦਾ 25 ਜਗ੍ਹਾ 50 ਕਰਾਂਗਾ, ਕਿਉਂਕਿ ਆਨੰਦ ਹੀ ਬੜਾ। ਜਿਹੜਾ ਪਹਿਲਾਂ ਡਰਦਾ ਸੀ ਉਹ ਹੁਣ ਉਹੀ ਬੰਦਾ ਕਹਿੰਦਾ ਮੈਂ 50 ਕਰਨੇ, ਕਿਉਂਕਿ ਆਨੰਦ ਹੀ ਬੜਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰਮੁਖਾਂ ਨੇ ਆਪਣੇ ਅੰਦਰ ਪਛਾਣ ਲਿਆ, ਬਾਹਰ ਪਛਾਣ ਲਿਆ, ਹਰ ਜਗ੍ਹਾ ਦੇ ਉੱਤੇ ਵਾਹਿਗੁਰੂ ਨੂੰ ਜਾਣ ਲਿਆ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਬਚਨ ਕਰਦੇ ਨੇ ਕਿ ਆਓ, ਜਿਵੇਂ ਬਚਨ ਪਿੱਛੇ ਪੜ੍ਹਿਆ ਨਾ ਆਪਾਂ ਨੇ 52 ਅੱਖਰੀ 'ਚ, ਸਤਿਗੁਰੂ ਨੇ ਫਰਮਾਇਆ ਪੰਜਵੇਂ ਪਾਤਸ਼ਾਹ ਨੇ, ਵੱਵਾ ਵੈਰ ਨਾ ਕਰੀਐ ਕਾਹੂ, ਘਾਟ ਘਾਟ ਅੰਤਰ ਬ੍ਰਹਮ ਸਮਾਹੂ, ਵਾਸੁਦੇਵ ਜਲ ਥਲ ਮਹਿ ਰਵਿਆ, ਗੁਰ ਪ੍ਰਸਾਦ ਵਿਰਲੇ ਹੀ ਗਵਿਆ, ਵੈਰ ਵਿਰੋਧ ਮਿਟੇ ਤਿਹ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ। ਸੁਣਦੇ ਨੇ ਜਿਹੜੇ, ਔਰ ਸੁਣਦਿਆਂ ਹੋਇਆਂ ਕੀਰਤਨ ਉਹ ਚੱਲ ਰਹੇ ਸ਼ਬਦ ਦੀ ਵਿਚਾਰ ਕਰਦੇ ਨੇ ਕਿ ਮਹਾਰਾਜ ਇਹਦੇ ਵਿੱਚ ਕੀ ਉਪਦੇਸ਼ ਕਰਦੇ ਨੇ। ਉਹ ਉਪਦੇਸ਼ ਹਿਰਦੇ 'ਚ ਅੰਦਰ ਚਲਿਆ ਜਾਂਦਾ, ਜਦੋਂ ਵਸ ਜਾਂਦਾ ਤਾਂ ਵੈਰ ਵਿਰੋਧ ਮਿਟ ਜਾਂਦਾ। ਆਓ 38ਵੀਂ ਪੌੜੀ 'ਚ ਅੱਗੇ ਕਿਰਪਾ ਕਰ ਰਹੇ ਧੰਨ ਗੁਰੂ ਨਾਨਕ ਦੇਵ ਜੀ। ਬਿਨ ਗੁਰ ਭਰਮੈ ਆਵੈ ਜਾਏ, ਸਤਿਗੁਰੂ ਤੋਂ ਬਿਨਾ ਮਨੁੱਖ ਭਟਕਦਾ ਹੀ ਹੈ ਅਤੇ ਜੰਮਦਾ ਹੀ ਮਰਦਾ ਰਹਿੰਦਾ ਬਾਰ-ਬਾਰ। ਬਿਨ ਗੁਰ ਘਾਲ ਨਾ ਪਵਈ ਥਾਏ, ਗੁਰੂ ਤੋਂ ਬਿਨਾ ਕੀਤੀ ਕਮਾਈ ਰੱਬੀ ਦਰਗਾਹ ਵਿੱਚ ਕਬੂਲ ਨਹੀਂ ਪੈਂਦੀ, ਪ੍ਰਵਾਨ ਨਹੀਂ ਹੁੰਦੀ। ਕਈ ਕਹਿੰਦੇ ਗੁਰੂ ਦੀ ਲੋੜ ਹੀ ਨਹੀਂ। ਹੁਣ ਇੱਥੇ ਸਤਿਗੁਰੂ ਦੱਸ ਰਹੇ ਨੇ ਕਿ ਬਿਨਾਂ ਗੁਰਾਂ ਤੋਂ ਕੁਛ ਨਹੀਂ ਹੈ। ਇਹ ਭਾਗ ਚੰਗੇ ਹੁੰਦੇ ਨੇ ਜਿਹੜੇ ਬਣ ਜਾਂਦੇ ਨੇ ਗੁਰੂ ਵਾਲੇ। ਕੁਦਰਤੀ ਗੱਲ ਹੈ, ਭਾਗ ਦਾ ਮਤਲਬ ਅੰਕ। ਇਹ ਪਹਿਲਾਂ ਪੰਜਾਬ ਦੀ ਇੱਕ ਬੋਲੀ ਸੀ, ਛੋਟੇ ਹੁੰਦਿਆਂ ਕਹਿੰਦੇ ਹੁੰਦੇ ਸੀ ਕਿ ਕਿੰਨੇ ਭਾਗ ਨੇ ਤੇਰੇ, ਅੰਕ ਕਿੰਨੇ ਨੇ, ਨੰਬਰ ਕਿੰਨੇ ਆਏ ਨੇ। ਇਹ ਜਿਹੜੇ ਅੰਕ ਹੁੰਦੇ ਨੇ, ਅੰਕਾਂ ਦੇ ਆਧਾਰ ਤੇ ਹੀ, ਜਿਵੇਂ ਹੁਣ ਕੋਈ ਥੋੜੇ ਜਿਹੇ ਨੰਬਰਾਂ 'ਚ ਪਾਸ ਮਾਰਕਸ ਹੀ ਆਏ ਨੇ ਜਿਹਦੇ, ਉਹ ਵੱਡੀਆਂ ਆਸਾਂ ਕਿੱਥੋਂ ਰੱਖੂ, ਉਹ ਥੱਲੇ ਥੱਲੇ ਆਖੂ ਗਿੱਦੜ ਦਾਖ ਨਾ ਆਪੜਾ ਆਖੈ ਤੂੰ ਕੌੜੀ। ਜਿਹਦੇ ਬਹੁਤੇ ਨੰਬਰ ਆਏ ਨੇ ਉਹੀ ਵੱਡੇ ਥਾਂ ਤੇ ਅਪਲਾਈ ਕਰਦਾ ਵੀ ਮੇਰੇ ਤੇ ਨੰਬਰ ਹੀ 90% ਤੋਂ ਉੱਪਰ ਨੇ, ਕਿਸੇ ਦੇ 80% ਤੋਂ ਉੱਪਰ ਨੇ, ਉਹ ਵੱਡੀ ਗੱਲ ਕਰਦਾ। ਜਿਹੜੇ ਵਿਚਾਰੇ ਹੁੰਦੇ ਹੀ 33-40 ਨੰਬਰ % ਵਾਲੇ ਨੇ, ਉਹ ਦੇਖੋ ਜੀ ਉਹਨਾਂ ਕੰਮਾਂ 'ਚ ਕੁਛ ਨਹੀਂ ਹੈਗਾ, ਆਹ ਮੌਜ ਵਾਲੇ ਕੰਮ ਨੇ, ਉਹ ਫਿਰ ਉਹੋ ਜਿਹੇ ਨੂੰ ਸਲਾਹੀ ਜਾਂਦੇ ਨੇ। ਸੋ ਇਸ ਕਰਕੇ ਜਿਨ੍ਹਾਂ ਨੇ ਨਹੀਂ ਗੁਰੂ ਧਾਰਨਾ ਉਹਨਾਂ ਨੂੰ ਔਖਾ ਜਿਹਾ ਲੱਗਦਾ ਕਿ ਐਵੇਂ ਫਿਰ ਬੰਧਨ ਜਿਹੇ 'ਚ ਪੈ ਜਾਵਾਂਗੇ, ਖਾਣਾ ਪੀਣੇ ਦੀ ਉਮਰ ਹੈ, ਬਹੁਤ ਗਲਤੀ ਕਰ ਰਹੇ ਨੇ। ਪਛਤਾਵਾ ਹੋਵੇਗਾ ਉਦੋਂ ਜਦੋਂ ਇਹ ਸਰੀਰ ਛੱਡ ਦਿੱਤਾ, ਪਛਤਾਵਾ ਪਹਿਲਾਂ ਨਹੀਂ ਹੁੰਦਾ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਸਮਝਾਉਣਾ, ਸੋ ਜਿਨ੍ਹਾਂ ਨੂੰ ਵਾਹਿਗੁਰੂ ਨੇ ਅੰਦਰੋਂ ਬੁਝਾ ਦੇਣਾ, ਸਮਝਾ ਲੈਣਾ, ਗੁਰਾ ਇੱਕ ਦੇਹ ਬੁਝਾਈ, ਜਿਨ੍ਹਾਂ ਨੂੰ ਅੰਦਰੋਂ ਗੁਰਾਂ ਨੇ ਬੁਝਾ ਦਿੱਤਾ ਕਿ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਅੰਦਰੋਂ ਸਮਝ ਪੈਦਾ ਹੋ ਜਾਂਦੀ ਆਪਣੇ ਆਪ। ਕਿਉਂਕਿ ਗੁਰੂ ਤੋਂ ਬਿਨਾਂ ਮਨ ਟਿਕਦਾ ਹੀ ਨਹੀਂ। ਆਪਾਂ ਕਹਿੰਦੇ ਮੇਰਾ ਮਨ ਨਹੀਂ ਟਿਕਦਾ, ਬਾਣੀ ਬੜੀ ਪੜ੍ਹਦੇ, ਪਰ ਗੁਰੂ ਵਾਲਾ ਬਣ, ਮਨ ਟਿਕੇਗਾ? ਕਿਉਂ ਨਹੀਂ ਟਿਕਦਾ? ਬਿਨ ਗੁਰ ਮਨੁਆ ਅੱਤ ਡੋਲਾਏ, ਕਿਉਂਕਿ ਗੁਰੂ ਤੋਂ ਬਿਨਾਂ ਮਨੁੱਖੀ ਮਨ ਜਿਹੜਾ ਨਾ ਸਾਡਾ, ਇਹ ਬਹੁਤ ਡੋਲਦਾ ਹੀ ਰਹਿੰਦਾ, ਡੋਲਦਾ ਹੀ ਰਹਿੰਦਾ, ਇਹ ਟਿਕਦਾ ਹੀ ਨਹੀਂ ਹੈ। ਇਹ ਗੁਰੂ ਤੋਂ ਬਿਨਾਂ ਮਨ ਡੋਲਦਾ ਹਮੇਸ਼ਾ। ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਜਦੋਂ ਗੁਰੂ ਵਾਲਾ ਬਣ ਜਾਂਦਾ, ਨਾ ਡਿੱਗਦਾ ਮਨ, ਨਾ ਡੋਲਦਾ, ਕਿਉਂਕਿ ਰੱਜ ਜਾਂਦਾ ਸਤਿਗੁਰੂ ਦੀ ਕਿਰਪਾ ਦਾ, ਬਖਸ਼ਿਸ਼ ਦਾ ਸਦਕਾ। ਨਹੀਂ ਤਾਂ ਬਿਨਾਂ ਗੁਰੂ ਤੋਂ ਮਨ ਡੋਲਦਾ, ਹਰੇਕ ਬੰਦੇ ਦਾ ਮਨ ਡੋਲਦਾ। ਬਿਨ ਗੁਰ ਤ੍ਰਿਪਤ ਨਹੀਂ ਬੇਖ ਖਾਏ, ਸਤਿਗੁਰੂ ਜੀ ਤੋਂ ਬਿਨਾਂ ਮਾਇਆ ਦੀ ਜ਼ਹਿਰ ਖਾ ਕੇ ਮਨੁੱਖੀ ਮਨ ਜਿਹੜਾ ਨਾ, ਤ੍ਰਿਪਤੀ ਨਹੀਂ ਹੁੰਦੀ। ਜ਼ਹਿਰ ਖਾਂਦਾ ਹੀ ਰਹਿੰਦਾ ਹਰ ਵਕਤ, ਮਾੜੇ ਖਾਣੇ, ਮਾੜੇ ਪਾਸੇ ਜਾਣਾ। ਉਹ ਵੀ ਕੀ ਕਰੇ, ਉਹ ਕੈਟਾਗਰੀਆਂ 3 ਨੇ ਮਨੁੱਖ ਦੀਆਂ, ਤਮੋ ਗੁਣੀ ਮਨੁੱਖ ਨੇ। ਉਹਦਾ ਕਸੂਰ ਨਹੀਂ ਹੈ, ਕਿਉਂ ਰੱਬ ਨੇ ਬਣਾਇਆ ਜੋ ਤਮੋ ਗੁਣੀ ਬਣਾਇਆ ਉਹਨੂੰ। ਹਾਂ ਕਿਤੇ ਚੰਗੇ ਭਾਗ ਜਾਗ ਪਏ ਤਾਂ ਉਹ ਰਜੋ ਗੁਣੀ ਤੋਂ ਫਿਰ ਸਤੋ ਗੁਣੀ, ਸਤੋ ਤੋਂ ਫਿਰ ਚੌਥੀ ਪਦਵੀ 'ਚ ਆਉਂਦਾ। ਗੁੱਸਾ ਆਪਾਂ ਕਰਦੇ ਹਾਂ ਕਿ ਫਲਾਨਾ ਬੰਦਾ ਇਸ ਤਰ੍ਹਾਂ ਦਾ,
ਕੋਸ਼ਿਸ਼ ਕਰਨੀ ਮਹਾਰਾਜ ਨੂੰ ਸਿੱਖੀ ਬਖਸ਼ੇ, ਨਾਮਦਾਨ ਬਖਸ਼ੇ। ਠੰਡੇ ਦਿਮਾਗ ਨਾਲ ਹਰੇਕ ਨੂੰ ਕੋਸ਼ਿਸ਼ ਕਰਨੀ, ਠਾਹ ਸੋਟਾ ਨਹੀਂ ਮਾਰਨਾ। ਇਹ ਨਹੀਂ ਪਹਿਲੇ ਦਿਨ ਹੀ ਅੰਮ੍ਰਿਤ ਛਕ ਬਈ, ਨਹੀਂ, ਐਸਾ ਨਹੀਂ ਹੈ। ਪਹਿਲਾਂ ਗਿਆਨ ਤਾਂ ਦਿਓ। ਜਦੋਂ ਬੰਦੇ ਨੂੰ ਗਿਆਨ ਹੋ ਜਾਂਦਾ ਉਹ ਸੁਤੇ ਸਿੱਧੀ ਇਸ ਪਾਸੇ ਚੱਲ ਪੈਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਿਉਂਕਿ ਮਨੁੱਖ ਦਾ ਮਨ ਜਿਹੜੀਆਂ ਜ਼ਹਿਰ ਵਾਲੀਆਂ ਚੀਜ਼ਾਂ, ਨਸ਼ੇ ਨੇ, ਹੋਰ ਚੀਜ਼ਾਂ ਨੇ, ਉਹ ਖਾਂਦਾ ਹੀ ਜਾਂਦਾ, ਕਦੇ ਰੱਜਿਆ ਨਹੀਂ। ਬਿਨ ਗੁਰ ਬਿਸੀਅਰ ਡਸੈ ਮਰ ਵਾਟ। ਇਹ ਜਿਹੜਾ ਹੈ ਨਾ, ਸਤਿਗੁਰੂ ਜੀ ਤੋਂ ਬਿਨਾਂ ਮਾਇਆ ਰੂਪੀ ਸੱਪ ਇਹ ਡੰਗ ਮਾਰਦਾ ਹੈ। ਅਤੇ ਮਰ ਵਾਟ, ਮਨੁੱਖ ਜਿਹੜਾ ਹੁੰਦਾ ਨਾ, ਇਹ ਜੀਵਨ ਦੇ ਮਰ ਵਾਟ ਅਧਵਾਟੇ ਹੀ ਮਰ ਜਾਂਦਾ, ਰਸਤੇ 'ਚ ਹੀ ਮਰ ਜਾਂਦਾ। ਕਿਉਂਕਿ ਜਦੋਂ ਮਾਇਆ ਡੰਗ ਮਾਰ ਜਾਂਦੀ ਜੀਵ ਨੂੰ, ਇਹਦਾ ਡੰਗ ਦਿਖਦਾ ਵੀ ਨਹੀਂ, ਨਜ਼ਰ ਹੀ ਨਹੀਂ ਆਉਂਦਾ। ਇਹ ਬੰਦੇ ਦੇ ਮਨ ਦੇ ਉੱਤੇ ਇੰਨਾ ਪ੍ਰਭਾਵ ਪਾ ਦਿੰਦੀ ਕਿ ਬੰਦੇ ਦੇ ਮਨ ਤੇ ਪਰਦਾ ਪੈ ਜਾਂਦਾ। ਸੋ ਜਿਵੇਂ 4 ਜਾਣਿਆਂ ਨੂੰ ਪੈਸੇ ਮਿਲੇ, ਬਹੁਤ ਮਾਇਆ ਇਕੱਠੀ ਕਰ ਲਈ, ਵੰਡਣ ਦੀ ਸਕੀਮ ਬਣਾਈ ਜੰਗਲ 'ਚ ਚੋਰਾਂ ਨੇ। ਕਹਿਣ ਲੱਗੇ ਪਹਿਲਾਂ ਭੋਜਨ ਕਰ ਲਈਏ। 2 ਜਾਣੇ ਸ਼ਹਿਰ ਚਲੇ ਗਏ, ਦੋਵਾਂ ਨੇ ਸਕੀਮ ਪਿੱਛੋਂ ਬਣਾਈ ਕਿ ਆਉਂਦਿਆਂ ਹੀ ਮਾਰ ਦਿਆਂਗੇ, 2 ਹਿੱਸੇ ਕਰ ਲਾਂਗੇ। ਉਹਨਾਂ ਨੇ ਸਕੀਮ ਬਣਾਈ, ਉਹਨਾਂ ਦੋਨਾਂ ਨੂੰ ਇਹ ਖਾਣੇ 'ਚ ਜ਼ਹਿਰ ਪਾ ਦਿੰਦੇ ਆ, ਦੋਨੋਂ ਮਰ ਜਾਣਗੇ, ਆਪਾਂ ਸਾਂਭ ਲਾਂਗੇ। ਜਦੋਂ ਲੈ ਕੇ ਆਏ ਖਾਣਾ, ਇਹਨਾਂ ਦੋਵਾਂ ਨੇ ਆਉਂਦਿਆਂ ਇਹਨੂੰ ਹੀ ਮਾਰ ਦਿੱਤਾ। ਲਓ ਵੀ ਖੁਸ਼ ਹੋ ਗਏ ਵੀ ਹੁਣ ਆਪਾਂ ਦੋਵੇਂ ਅੱਧੋ ਅੱਧ ਵੰਡ ਕੇ ਇਹ ਮਾਇਆ ਰੱਖ ਲਵਾਂਗੇ। ਪਰ ਜਦੋਂ ਦੋਨਾਂ ਨੇ ਉਹ ਸੋਚਿਆ ਪਹਿਲਾਂ ਖਾਣਾ ਖਾਈਏ, ਭੁੱਖ ਬੜੀ ਲੱਗੀ, ਖਾਣਾ ਖਾਧਾ, ਉਹ ਦੋਨੋਂ ਵੀ ਉੱਥੇ ਮਰ ਗਏ। 4 ਹੀ ਮਰ ਗਏ, ਮਾਇਆ ਉੱਥੇ ਹੀ ਪਈ ਹੈ। ਦੁਨੀਆ ਦੇ ਲੋਕਾਂ ਦੀ ਮਾਇਆ, ਰਾਵਣ ਦੀ ਲੰਕਾ ਰਹਿ ਗਈ, ਇੱਥੇ ਹਿਰਣਾਕਸ਼ ਦਾ ਸਭ ਕੁਝ ਰਹਿ ਗਿਆ, ਕਾਰੂ ਪਾਤਸ਼ਾਹ ਸਭ ਛੱਡ ਗਿਆ। ਬੜਿਆਂ ਲੋਕਾਂ ਕੋਲ ਬਹੁਤ ਕੁਝ, ਉਹ ਬੈਂਕ 'ਚ ਹੀ ਪਿਆ ਰਹਿੰਦਾ। ਹਲੇ ਤੱਕ ਕਈ ਬੈਂਕਾਂ 'ਚ ਪਤਾ ਹੀ ਨਹੀਂ ਵੀ ਲੌਕਰ ਹੈ ਕਿਹਦਾ। ਸ੍ਰੀ ਅੰਮ੍ਰਿਤਸਰ ਸਾਹਿਬ, ਉੱਥੇ ਖਜ਼ਾਨੇ ਦੇ ਵਿੱਚ ਕਈ ਵਾਰੀ ਅਖਬਾਰ 'ਚ ਆਇਆ ਵੀ ਇਹ ਪਤਾ ਨਹੀਂ ਕਿਹਦੇ ਵੱਡੇ ਵੱਡੇ ਉੱਥੇ ਪਏ ਨੇ, ਜਿਨ੍ਹਾਂ 'ਚ ਸਮਾਨ ਪਾ ਕੇ ਰੱਖਿਆ ਜਾਂਦਾ। ਲੌਕਰ ਜੇ ਪਏ ਨੇ, ਕੋਈ ਸੰਦੂਕ ਜੇ ਰੱਖੇ ਪਏ ਨੇ, ਕੋਈ ਲੈਣ ਹੀ ਨਹੀਂ ਆਇਆ ਕਈ 100 ਸਾਲਾਂ ਤੋਂ। ਕਿਹਦੇ ਨੇ ਬਈ? ਅਖਬਾਰ 'ਚ ਵੀ ਦਿੱਤਾ ਉਹਨਾਂ ਨੇ। ਬਸ ਮਹਾਰਾਜ ਕਹਿੰਦੇ ਮਨੁੱਖ ਨੂੰ ਜੇ ਇਹ ਸੋਝੀ ਹੋ ਜਾਵੇ ਕਿ ਅਸਲ ਧਨ ਕਿਹੜਾ ਹੈ, ਫੇਰ ਇਹ ਚੱਲ ਸਕਦਾ ਸੋਹਣੇ ਢੰਗ ਨਾਲ। ਮਹਾਰਾਜ ਕਹਿੰਦੇ ਕਾਚਾ ਧਨ ਸੰਚ ਹੈ, ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਮਹਾਰਾਜ ਫਿਰ ਦੂਜਾ ਧਨ ਕਿਹੜਾ? ਕਹਿੰਦੇ ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਨਾਮ ਧਨ ਇਹੋ ਧਨ ਅਖੁੱਟ, ਨਾ ਨਿਖੁੱਟਿਆ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਮਹਾਰਾਜ ਕਹਿੰਦੇ ਗੁਰੂ ਧਾਰਨ ਕੀਤੇ ਤੋਂ ਬਿਨਾ ਨਾਨਕ ਗੁਰ ਬਿਨ ਘਾਟੇ ਘਾਟ। ਸਤਿਗੁਰੂ ਫਰਮਾਉਂਦੇ ਨੇ ਗੁਰੂ ਤੋਂ ਬਿਨਾ ਜੀਵਨ ਵਿੱਚ ਨਿਰਾ ਘਾਟਾ ਹੀ ਘਾਟਾ, ਘਾਟਾ ਹੀ ਘਾਟਾ। ਬੜਾ ਸੋਹਣਾ ਸਮਝਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਕਿਉਂਕਿ ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਮਨਮੁਖ ਦਾ ਜੀਵਨ ਕਾਮ ਕ੍ਰੋਧ ਅਹੰਕਾਰ ਤੇ ਵਿਸ਼ੇ ਵਿਕਾਰਾਂ ਨਾਲ ਲਿਬੜਿਆ ਹੋਇਆ ਹੁੰਦਾ ਹੈ। ਉਹਦਾ ਚਿੱਤ ਹਰ ਵੇਲੇ ਡੋਲਦਾ, ਭਟਕਦਾ, ਭਰਮਦਾ ਹੀ ਰਹਿੰਦਾ ਹੈ। ਸਤਿਗੁਰੂ ਤੋਂ ਬਿਨਾਂ ਉਹਦਾ ਜੀਵਨ ਜ਼ਹਿਰੀਲਾ ਬਣ ਜਾਂਦਾ ਹੈ, ਕਿਉਂਕਿ ਮਾਇਆ ਰੂਪ ਸੱਪ ਉਹਨੂੰ ਡੰਗ ਮਾਰ ਜਾਂਦਾ ਹੈ। ਮਹਾਰਾਜ ਕਹਿੰਦੇ ਜਿਉਂ ਨਿਗੁਰਾ ਬਹੁ ਬਾਤਾਂ ਜਾਣੈ, ਉਹ ਹਰ ਦਰਗਾਹ ਹੈ ਭ੍ਰਸ਼ਟੀ। ਨਿਗੁਰੇ ਬੰਦੇ ਨੂੰ ਬਹੁਤ ਗੱਲਾਂ ਆਉਂਦੀਆਂ, ਕਿ ਉਹਨੂੰ ਡਰ ਤਾਂ ਹੁੰਦਾ ਹੀ ਨਹੀਂ ਕਿਸੇ ਦਾ। ਤਾਈਓ ਤਾਂ ਆਪਾਂ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਨਹੀਂ ਦੇ ਸਕਦੇ, ਤਸੱਲੀ ਉਹਨੂੰ ਹੁੰਦੀ ਨਹੀਂ, ਮਨ ਉਹਦਾ ਖੜਦਾ ਨਹੀਂ, ਗੱਲਾਂ ਇੰਨੀਆਂ ਮਾਰਦਾ ਉਹ। ਤੇ ਗੁਰਮੁਖ ਜਿਹੜੇ ਨੇ ਉਹ ਪਰਮਾਤਮਾ ਦੇ ਭੈ ਦੇ ਵਿੱਚ ਰਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨੌ ਬੁਰਾ। ਨਿਗੁਰੇ ਦਾ ਤਾਂ ਨਾਂ ਲੈਣਾ ਵੀ ਮਾੜਾ ਹੈ। ਜੇ ਆਪਾਂ ਵਾਕਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਹਾਂ, ਸਤਿਗੁਰੂ ਮੰਨਦੇ ਹਾਂ, ਆਪਣੇ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਾਂ, ਫੇਰ ਗੁਰੂ ਸਾਹਿਬ ਦੀ ਕਥਾ ਸੁਣ ਕੇ ਜ਼ਰੂਰ ਮਨ ਤੇ ਅਸਰ ਪੈਣਾ ਚਾਹੀਦਾ ਕਿ ਅਸੀਂ ਗੁਰੂ ਵਾਲੇ ਬਣੀਏ। ਕਿ ਮਹਾਰਾਜ ਜਿਨ੍ਹਾਂ ਨੂੰ ਗੁਰੂ ਮਿਲ ਪੈਂਦੇ ਨੇ ਫਿਰ ਉਹ ਕੀ ਕਰਮ ਕਰਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਹਨ ਬਚਨ, ਜਿਸ ਗੁਰ ਮਿਲੈ ਤਿਸ ਪਾਰ ਉਤਾਰੈ। ਜਿਸ ਵੀ ਜੀਵ ਨੂੰ ਸਤਿਗੁਰੂ ਮਿਲੇ ਨੇ ਨਾ, ਉਹਨੂੰ ਸੰਸਾਰ ਸਾਗਰ ਤੋਂ ਪਾਰ ਕਰ ਦਿੰਦੇ ਨੇ।
ਵੱਡਿਆਂ ਵੱਡਿਆਂ ਸੱਜਣ ਠੱਗ ਵਰਗਿਆਂ ਨੂੰ, ਦੇਵਲੂਤ ਵਰਗਿਆਂ ਨੂੰ, ਲਾਜਵਰਦ ਵਰਗਿਆਂ ਨੂੰ, ਕਿਤਨੇ ਪਾਪੀਆਂ ਨੂੰ ਸੰਸਾਰ ਸਾਗਰ ਤੋਂ ਸਤਿਗੁਰੂ ਨੇ ਤਾਰਿਆ। ਜਿਹਨੂੰ ਵੀ ਸਤਿਗੁਰੂ ਮਿਲੇ ਨੇ, ਜਿਹੜਾ ਵੀ ਭਾਵਨਾ ਨਾਲ ਗੁਰੂ ਧਾਰ ਕੇ ਗੁਰੂ ਦੇ ਚਰਨਾਂ 'ਚ ਜਾ ਬੈਠਾ ਕਿ ਮੈਂ ਤੁਹਾਡੇ ਹੀ ਬਚਨਾਂ ਤੇ ਫੁੱਲ ਚੜਾਉਣੇ, ਜੋ ਤੁਸੀਂ ਕਹੋਗੇ ਉਹੀ ਮੰਨਾਂਗਾ। ਮਹਾਰਾਜ ਕਹਿੰਦੇ ਉਹੀ ਜੀਵ ਜਿਹੜਾ ਹੈ ਕਾਮਯਾਬ ਹੁੰਦਾ, ਜਿਹੜਾ ਗੁਰਾਂ ਦੇ ਬਚਨਾਂ ਅਨੁਸਾਰ ਹੀ ਹੋ ਕੇ ਚੱਲਦਾ। ਸਤਿਗੁਰੂ ਜੀ ਕਿਵੇਂ ਪਾਰ ਕਰਦੇ ਨੇ ਜੀ? ਅਵਗਣ ਮੇਟੈ ਗੁਣ ਨਿਸਤਾਰੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਉਂਕਿ ਸਤਿਗੁਰੂ ਦੇ ਮਿਲਣ ਨਾਲ ਪਹਿਲਾਂ ਕੀ ਹੁੰਦਾ ਹੈ, ਸਤਿਗੁਰੂ ਪਹਿਲਾਂ ਆਉਂਦੇ ਸਿੱਖ ਨੂੰ ਸੰਭਾਲਦੇ ਨੇ, ਉਹਦੇ ਔਗਣਾਂ ਨੂੰ ਦੂਰ ਕਰਦੇ ਨੇ। ਪਹਿਲਾਂ ਭਈ ਆਹ ਸਿੱਖਾ, ਭਈ ਇਹ ਔਗਣ ਹੈ, ਭਈ ਇਹ ਨਹੀਂ ਖਾਣਾ, ਆਹ ਨਹੀਂ ਇਸ ਤਰ੍ਹਾਂ ਪਹਿਨਣਾ, ਆਹ ਨਹੀਂ ਕਰਨਾ। ਸਤ ਬਚਨ ਮਹਾਰਾਜ, ਕਿਉਂ ਮੈਂ ਤਰਨ ਆਇਆ, ਦੱਸੋ ਮਹਾਰਾਜ ਕੀ ਕੀ ਕਰਨਾ ਚਾਹੀਦਾ। ਸਤਿਗੁਰੂ ਜਦੋਂ ਸਮਝਾ ਦਿੰਦੇ ਨੇ ਇਹ ਔਗਣ ਨਹੀਂ ਆਪਾਂ ਨੇ ਕਰਨੇ, ਆਪਾਂ ਪਰਮਾਤਮਾ ਦੇ ਰਸਤੇ ਤੇ ਚੱਲਣ ਵਾਲੇ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵੜ ਭਾਗੀ ਪਾਏ। ਫਿਰ ਸਤਿਗੁਰੂ ਜੀ ਹੌਲੀ ਹੌਲੀ ਉਹਨੂੰ ਗੁਣ ਦਿੰਦੇ ਨੇ, ਸ਼ੁਭ ਗੁਣਾਂ ਨਾਲ ਜੋੜਦੇ ਨੇ। ਗੁਣ ਨਿਸਤਾਰ ਹੈ ਅਤੇ ਗੁਣਾਂ ਰਾਹੀਂ ਉਹਨੂੰ ਤਾਰ ਦਿੰਦੇ ਨੇ। ਫਿਰ ਮਹਾਰਾਜ ਹੌਲੀ ਹੌਲੀ ਔਗਣ ਮਿਟੀ ਜਾਂਦੇ ਨੇ, ਗੁਣ ਉਹਦੇ 'ਚ ਆਈ ਜਾਂਦੇ ਨੇ। ਕਿਉਂਕਿ ਸੰਗਤ ਵਿੱਚ ਰੋਜ਼ ਆਉਣ ਨਾਲ ਹੌਲੀ ਹੌਲੀ ਆਪਣੇ ਆਪ ਹੀ ਗੁਣ ਆ ਜਾਂਦੇ ਨੇ। ਜਿਵੇਂ ਦੋ ਚੌਧਰੀ ਸੀ ਪਿੰਡਾਂ ਦੇ, ਜਿਵੇਂ ਅੱਜ ਕੱਲ੍ਹ ਸਰਪੰਚ 5ਵੇਂ ਪਾਤਸ਼ਾਹ ਵੇਲੇ ਤਰਨ ਤਾਰਨ ਸਾਹਿਬ ਆਏ, ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਬਚਨ ਤਾਂ ਆਪਦਾ ਸੱਚਾ ਹੈ ਕਿ ਝੂਠ ਨਹੀਂ ਬੋਲਣਾ, ਫਰੇਬ ਨਹੀਂ ਕਰਨਾ। ਕਰੀਏ ਕੀ, ਇਹ ਚੌਧਰੀ ਪੁਣਾ ਪਿੰਡ ਦਾ ਹੈ ਹੀ ਇਹ ਜਿਹਾ, ਝੂਠ ਬੋਲਣਾ ਪੈਂਦਾ, ਫਰੇਬ ਕਰਨਾ ਪੈਂਦਾ। ਮਹਾਰਾਜ ਕਹਿੰਦੇ ਐਂ ਕਰੋ, ਪੁਰਾਣੇ ਟਾਈਮ ਤੇ ਉਹ ਬਹੀ ਖਾਤੇ ਜੇ ਹੁੰਦੇ ਸੀ, ਆ ਨੋਟਬੁੱਕ ਕਾਪੀਆਂ ਅੱਜ ਕੱਲ੍ਹ ਚੱਲ ਪਈਆਂ, ਉਹ ਕਹਿੰਦੇ ਉਹ ਬਹੀ ਖਾਤੇ ਜੇ ਲਾ ਲਓ, ਰੋਜ਼ ਜਿੰਨਾ ਝੂਠ ਬੋਲਣਾ ਰੋਜ਼ ਲਿਖਣਾ, ਤੇ ਮਹੀਨੇ ਬਾਅਦ ਆ ਕੇ ਸਾਨੂੰ ਦੱਸਣਾ ਵੀ ਅਸੀਂ ਮਹੀਨੇ 'ਚ ਇੰਨਾ ਝੂਠ ਬੋਲਿਆ। ਉਹ ਮਹੀਨੇ ਬਾਅਦ ਆਉਣ, ਜਦੋਂ ਸੰਗਤ 'ਚ ਖੜ ਕੇ ਸੁਣਾਉਣ, ਉਹ ਸ਼ਰਮ ਬੜੀ ਆਵੇ। ਹੌਲੀ ਹੌਲੀ ਉਹ ਝੂਠ ਬੋਲਣਾ ਹੀ ਫਿਰ ਛੱਡ ਗਏ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਦੇ ਕੋਲ ਆਉਣ ਦਾ ਤਾਂ ਲਾਭ ਹੀ ਲਾਭ ਹੈ, ਕਿਉਂਕਿ ਔਗਣ ਨੂੰ ਤਾਂ ਸਤਿਗੁਰੂ ਨੇ ਮੇਟਣਾ ਹੀ ਮੇਟਣਾ, ਤੇ ਨਾਲ ਗੁਣ ਵੀ ਦੇਣੇ ਨੇ। ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ। ਕਿਉਂਕਿ ਸਤਿਗੁਰੂ ਦਾ ਜਿਹੜਾ ਸ਼ਬਦ ਵਿਚਾਰ ਹੈ ਨਾ, ਸ਼ਬਦ ਦੀ ਵਿਚਾਰ ਵੱਡੀ ਹੈ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਜਿਵੇਂ ਮਹਾਰਾਜ ਨੇ ਬਚਨ ਕੀਤਾ ਨਾ, ਤੀਸਰੇ ਪਾਤਸ਼ਾਹ ਨੇ, ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ। ਸ਼ਬਦ ਅਖੰਡ ਪਾਠ ਸਾਹਿਬ ਹੋਇਆ, ਪਾਠ ਹੋਇਆ, ਸੁਣਿਆ ਹੀ ਨਹੀਂ। ਸਹਿਜ ਪਾਠ ਹੋਇਆ, ਸੁਣਿਆ ਹੀ ਨਹੀਂ। ਕੀਰਤਨ ਹੋਇਆ, ਸੁਣਿਆ ਹੀ ਨਹੀਂ। ਕਥਾ ਹੋਈ ਹੈ, ਧਿਆਨ ਨਹੀਂ ਸੁਣਿਆ, ਧਿਆਨ ਨਾਲ ਸੁਣਿਆ ਨਹੀਂ। ਆਪ 5 ਬਾਣੀਆਂ ਪੜ੍ਹੀਆਂ ਸਵੇਰੇ, ਉਹ ਵੀ ਨਹੀਂ ਸੁਣੀਆਂ। ਰਹਿ ਰਾਸ ਪੜ੍ਹੀ ਹੈ, ਪੜ੍ਹ ਲਈ ਪਰ ਸੁਣੀ ਨਹੀਂ। ਪਹਿਲੀ ਕਮੀ ਤੇ ਇਹੀ ਹੈ। ਹੁਣ ਜਦੋਂ ਇਹ ਸਾਰਾ ਸੁਣਨ ਦਾ ਉਪਰਾਲਾ ਕਰ ਲਿਆ ਕਿ ਜਿੰਨਾ ਪਾਠ ਹੋਣਾ ਹੈ ਮੈਂ ਸੁਣਨਾ, 10ਵੇਂ ਪਾਤਸ਼ਾਹ ਨੇ ਪਹਿਲਾਂ ਜਿਹੜਾ ਸ੍ਰੀ ਅਖੰਡ ਪਾਠ ਸਾਹਿਬ ਦਮਦਮਾ ਸਾਹਿਬ ਕਰਵਾਇਆ ਸੀ ਨਾ, ਜਿਹਦੇ 'ਚ 25 ਸਿੰਘ ਲਾਏ ਸੀ ਸੇਵਾਦਾਰ, 5 ਪਾਠੀ, 5 ਜਪਜੀ ਸਾਹਿਬ ਵਾਲੇ, 5 ਧੂਫੀਏ, 5 ਲਾਂਗਰੀ, 5 ਦੇਗ ਵਾਲੇ, 5 ਸੇਵਾਦਾਰ, ਇਉਂ ਕਰਕੇ ਪਹਿਰੇਦਾਰ ਆਸੇ ਪਾਸੇ। ਉਹ ਤੇ ਖੈਰ ਕਾਫੀ ਜਾਣੇ ਬਣ ਜਾਂਦੇ ਆ, ਪਰ 25 ਜਾਣੇ ਮੁੱਖ ਲਾਏ ਸੀ। ਤੰਬੂ ਦੇ ਵਿੱਚ ਪ੍ਰਕਾਸ਼ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਇਆ। ਆਪ ਨਾਲ ਤੰਬੂ ਲਗਵਾ ਕੇ ਉਹਦੇ 'ਚ ਬੈਠ ਕੇ ਪਾਠੀ ਨੂੰ ਕਿਹਾ 5 ਨੂੰ ਵੀ ਉੱਚੀ ਉੱਚੀ ਬੋਲਣਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਰਾ ਪਾਠ ਆਪ ਕੰਨੀ ਸੁਣਿਆ, ਕਿਤੇ ਨਹੀਂ ਗਏ। ਹਾਂ, ਤੰਬੂ ਪਾਸੇ ਤਾਂ ਲਗਵਾਇਆ ਜਦੋਂ ਇਸ਼ਨਾਨ ਦਾ ਟਾਈਮ ਹੁੰਦਾ ਸੀ, ਉੱਥੇ ਹੀ ਇਸ਼ਨਾਨ ਕਰ ਲੈਂਦੇ ਸੀ। 48 ਘੰਟੇ 'ਚ ਲਗਾਤਾਰ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ। ਕਿਉਂ? ਬਈ ਮੇਰੇ ਗੁਰਸਿੱਖੇ ਮਰਿਆਦਾ ਕਮਾਉਣਗੇ। ਸਹਿਜ ਪਾਠ ਕਰੋ ਤਾਂ ਸੁਣੋ, ਅਬਲ ਤੇ ਆਪ ਹੀ ਕਰਿਆ ਕਰੋ। ਆਸਾ ਦੀ ਵਾਰ ਸ਼ਰਵਣ ਕਰਨ ਨੂੰ ਹੈ, ਨਾ ਕਿ ਲਾ ਦਿੱਤੀ ਹੈ। ਸੁਖਮਨੀ ਸਾਹਿਬ ਸ਼ਰਵਣ ਕਰਨਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸੁਣਿਆ ਤੇ ਫਿਰ ਉਹਨੂੰ ਵਿਚਾਰਿਆ ਤੇ ਉਹਦੀ ਵਿਚਾਰ ਆਪਣੇ ਹਿਰਦੇ 'ਚ ਵਸਾ ਕੇ ਸੇਧ ਲੈ ਕੇ ਤੇ ਗੁਰਮਤਿ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਿਆ। ਸੋ ਸ਼ਬਦ ਨੂੰ ਵਿਚਾਰ ਕੇ ਮਨੁੱਖ ਨੂੰ ਮੁਕਤੀ ਆਦਿ ਵੱਡੇ ਵੱਡੇ ਆਤਮਿਕ ਸੁੱਖ ਪ੍ਰਾਪਤ ਹੁੰਦੇ ਨੇ। ਬੰਧਨ ਮੁਕਤ ਹੋ ਜਾਂਦਾ ਮਾਇਆ ਤੋਂ, ਵਿਸ਼ਿਆਂ ਵਿਕਾਰਾਂ ਤੋਂ।
ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮਹਾ ਸੁਖ ਸ਼ਬਦ ਦੇ ਨਾਲ ਮਹਾ ਸੁਖ ਮਿਲਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ ਸੋ, ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਾਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਅੱਗੇ ਵੀ ਕਹਿੰਦੇ ਬਚਨ ਕੇ ਰਹਾਓ, ਜਹ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੀ। ਜਿੱਥੇ ਹਰੀ ਦਾ ਸਿਮਰਨ ਹੁੰਦਾ ਉੱਥੋਂ ਸਾਰੀਆਂ ਆਦੀਆਂ ਵਿਆਦੀਆਂ ਉਪਾਦੀਆਂ ਨਾਸ ਹੋ ਜਾਂਦੀਆਂ। ਆਦੀ ਹੁੰਦੀ ਮਨ ਦੇ ਆਸਰੇ, ਚਿੰਤਾ ਗਮ ਸੋਗ ਫਿਕਰ। ਵਿਆਦੀ ਹੁੰਦੀ ਹੈ ਸਰੀਰ ਨੂੰ ਕੋਈ ਦੁੱਖ ਲੱਗਣਾ, ਬੁਖਾਰ ਹੋਣਾ, ਫੋੜਾ ਪਿਣਸੀ ਹੋਣੀ। ਉਪਾਦੀ ਹੁੰਦੀ ਬਾਹਰੋਂ ਕਿਸੇ ਨੇ ਹਮਲਾ ਕਰਨਾ ਕਿਸੇ ਚੀਜ਼ ਨੇ, ਉਹ ਆਦੀ ਵਿਆਦੀ ਉਪਾਦੀ। ਜੈ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ। ਇੱਥੇ ਗਤ ਦੇ ਤੱਤੇ ਨੂੰ ਔਂਕੜ ਹੈ। ਗਤ ਦਾ ਅਰਥ ਹੁੰਦਾ ਇੱਥੇ ਨਾਸ ਕਰਨਾ। ਵੈਸੇ ਤੱਤੇ ਸਿਹਾਰੀ ਨਾਲ ਹੁੰਦਾ ਚਾਲ, ਮਰਿਆਦਾ, ਅਵਸਥਾ। ਪਰ ਮਹਾਰਾਜ ਕਹਿੰਦੇ ਇਹ ਜਪਿਆ ਨਹੀਂ ਜਾਂਦਾ। ਵਡਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਜਪ ਹਰ ਭਵ ਜਲ ਤਰਨਾ, ਹਰੀ ਜਪ ਵਾਹਿਗੁਰੂ ਜਪ, ਫਿਰ ਸੰਸਾਰ ਸਾਗਰ ਤੋਂ ਤਰਨਾ ਹੋਵੇਗਾ। ਗੁਰਮੁਖ ਸਦਾ ਜਿੱਤਦੇ ਹੀ ਜਿੱਤਦੇ ਨੇ, ਕਦੇ ਹਾਰ ਨਹੀਂ ਹੁੰਦੀ ਉਹਨਾਂ ਦੀ। ਗੁਰਮੁਖ ਕਦੇ ਨਾ ਆਵੈ ਹਾਰ। ਗੁਰਮੁਖ ਜਿਹੜੇ ਜੀਵ ਨੇ ਉਹ ਸੰਸਾਰ ਵਿੱਚ ਕਦੇ ਵੀ ਕਿਸੇ ਤੋਂ ਆਪਣੀ ਜੀਵਨ ਬਾਜੀ ਹਾਰ ਕੇ ਨਹੀਂ ਜਾਂਦੇ। ਗੁਰਮੁਖਾਂ ਨੂੰ ਸਦਾ ਜਿੱਤ ਹੀ ਜਿੱਤ ਹੈ। ਵਿਸ਼ਿਆਂ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ, ਜੀਵਨ ਜੁਗਤੀ ਜਾਣ ਕੇ ਜੀਵਨ ਦੇ ਵਿੱਚ ਜਿੱਤਣਾ ਕਿਹੜਾ? ਜਿਹੜਾ ਜੀਵਨ ਦੀ ਬਾਜੀ ਪੁਗਾ ਕੇ ਚਲੇ ਗਏ ਨੇ ਬੇਦਾਗ। ਇੱਕ ਉਹ ਨੇ ਜਿਹੜੇ ਦਾਗਾਂ ਦੇ ਭਰੇ ਹੋਏ ਨੇ। ਦਾਗ ਦੋਸ ਮੁਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ। ਇੱਕ ਉਹ ਨੇ ਜਿਹੜੇ ਬਿਲਕੁਲ ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਉਹ ਕਦੇ ਨਹੀਂ ਹਾਰਦੇ ਗੁਰਮੁਖ। ਤਨ ਹਟੜੀ ਇਹੋ ਮਨ ਵਣਜਾਰਾ। ਹੁਣ ਸਤਿਗੁਰੂ ਕਹਿੰਦੇ ਨੇ ਗੁਰਮੁਖ ਆਪਣੇ ਸਰੀਰ ਨੂੰ ਬਣਾਉਂਦੇ ਨੇ ਦੁਕਾਨ, ਹੱਟੀ ਬਣਾਉਂਦੇ ਨੇ। ਜਾਤ ਪਹਾਰਾ, ਪਹਾਰਾ ਕਹਿੰਦੇ ਕਾਰਖਾਨੇ ਨੂੰ, ਵਰਕਸ਼ਾਪ, ਸੁਨਿਆਰੇ ਦੀ ਵਰਕਸ਼ਾਪ। ਜਾਤ ਰੂਪੀ ਵਰਕਸ਼ਾਪ ਹੈ। ਧੀਰਜ ਰੂਪੀ ਸੁਨਿਆਰ, ਅਹਰਨ ਮਤ ਵੇਦ ਗਿਆਨ ਦਾ ਹਥੌੜਾ। ਵੇਦ ਹਥਿਆਰ, ਭਾਉ ਖੱਲਾ। ਭਾਉ ਖੱਲਾ ਨਹੀਂ ਕਹਿਣਾ, ਖੱਲਾ ਹੋਰ ਚੀਜ਼ ਹੁੰਦੀ ਹੈ, ਖੱਲਾ। ਅਗਨ ਤਪ ਤਾਓ ਭਾਂਡਾ ਭਾਓ, ਅੰਮ੍ਰਿਤ ਤਿਤ ਢਾਲ, ਘੜੀਆ ਸ਼ਬਦ ਸੱਚੀ ਟਕਸਾਲ। ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸਰੀਰ ਨੂੰ ਹੱਟੀ ਬਣਾ ਕੇ ਮਨ ਨੂੰ ਵਪਾਰੀ ਬਣਾਉਣਾ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ। ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਆਹੋ ਜੀਆਹੋ, ਲਾਹਾ ਖੱਟਿਓ ਦਿਹਾੜੀ। ਮਹਾਰਾਜ ਕਹਿੰਦੇ ਇਹ ਵਪਾਰੀ ਮਨ ਨੂੰ ਬਣਾ ਕੇ, ਸਰੀਰ ਨੂੰ ਹੱਟੀ ਬਣਾ ਕੇ ਇਹਦੇ 'ਚ ਗੁਰਮੁਖ ਵਪਾਰ ਕਰਦੇ ਨੇ। ਫਿਰ ਇਸੇ ਕਰਕੇ ਨਾਨਕ ਸਹਿਜੇ ਸੱਚ ਵਾਪਾਰਾ। ਉਹ ਵਪਾਰ ਕਿਵੇਂ ਕਰਦੇ ਜੀ? ਸਹਿਜ ਅਵਸਥਾ ਵਿੱਚ ਸੱਚ ਰੂਪੀ ਵਪਾਰ ਕਰਦੇ ਨੇ। ਦੁਨਿਆਵੀ ਵਪਾਰ, ਵਪਾਰੀ ਬਿਜ਼ਨਸਮੈਨ ਦਾ ਕਦੇ ਮਨ ਟਿਕਦਾ ਨਹੀਂ। ਇੱਧਰ ਭੱਜ ਗਿਆ, ਉੱਧਰ ਭੱਜ ਗਿਆ, ਮੈਂ ਬਹੁਤ ਬਿਜ਼ੀ ਹਾਂ, ਕੱਲ ਉੱਥੇ ਗਿਆ ਸੀ, ਅੱਜ ਇੱਥੇ ਜਾਣਾ, ਹੁਣ ਉੱਧਰ ਨੂੰ ਜਾ ਰਿਹਾ, ਜਹਾਜ਼ ਚੜ੍ਹ ਕੇ ਜਾ ਰਿਹਾ, ਹੁਣ ਬਾਈ ਏਅਰ ਮੈਂ ਉੱਥੇ ਜਾਣਾ, ਹੁਣ ਟ੍ਰੇਨ ਕਾਰ ਤੇ ਜਾਣਾ, ਮੈਂ ਬਿਜ਼ੀ ਹਾਂ। ਔਰ ਜਦੋਂ ਸਰੀਰ ਛੱਡਣਾ, ਨਾਂਗੇ ਪਾਉ ਤੇ ਗਏ ਜਿਨ ਕੇ ਲੱਖ ਕਰੋੜ। ਫਿਰ ਕਹਾਣੀ ਤਾਂ ਉੱਥੇ ਹੀ ਰਹਿ ਗਈ। ਜਿਸ ਕੰਮ ਲਈ ਜਨਮ ਲਿਆ ਸੀ ਉਹ ਤਾਂ ਗੱਲ ਉੱਥੇ ਹੀ ਖੜੀ ਹੈ। ਆਪਣੇ ਆਪ 'ਚ ਬੜਾ ਬਿਜ਼ੀ ਬਣਿਆ ਹਰੇਕ ਮਨੁੱਖ। ਜਿਹਨੂੰ ਮਰਜ਼ੀ ਮਿਲੋ, ਹਰੇਕ ਦੇਸ਼ ਵਿੱਚ ਹਰੇਕ ਕੋਈ ਕਹਿੰਦਾ ਦੇਖਿਆ ਇੱਥੇ ਤੁਸੀਂ ਆ ਕੇ ਦੇਖਿਆ ਨਾ ਅਸੀਂ ਕਿੰਨੇ ਬਿਜ਼ੀ ਹਾਂ। ਮੈਂ ਕਿਹਾ ਮੈਂ ਤਾਂ ਸੁਣ ਲਿਆ, ਉਹ ਗਾਂ ਧਰਮਰਾਜ ਇਹਨੇ ਨਹੀਂ ਸੁਣਨਾ ਵੀ ਮੈਂ ਬਿਜ਼ੀ ਸੀ ਉੱਥੇ ਬੜਾ। ਕਾਹਦੇ 'ਚ ਬਿਜ਼ੀ ਸੀ? ਨਾਮ 'ਚ, ਕੀਰਤਨ 'ਚ, ਸੰਗਤ 'ਚ। ਕਾਹਦੇ 'ਚ ਬਿਜ਼ੀ ਸੀ ਤੂੰ? ਮੈਂ ਜੀ ਮਾਇਆ ਕਮਾਉਣ ਬਿਜ਼ੀ ਸੀ, ਕੰਮਾਂ ਕਾਰਾਂ 'ਚ, ਬੱਚਿਆਂ ਦੀ ਸਾਂਭ ਸੰਭਾਲ, ਇੰਨੇ 'ਚ ਹਫੇ ਪਏ ਨੇ। ਉਹ ਇਹ ਤੇ ਵਾਹਿਗੁਰੂ ਨੇ ਸੁਤੇ ਸਿੱਧੀ ਸਾਰਾ ਕੁਝ ਕਰ ਦੇਣਾ ਸੀ। ਉਧਰ ਚੱਲੇ ਹੀ ਨਹੀਂ, ਜੀਵਨ ਨੂੰ ਸੁਧਾਰਿਆ ਹੀ ਨਹੀਂ, ਜੀਵਨ ਬਾਜੀ ਨੂੰ ਹਾਰ ਕੇ ਚੱਲੇ ਨੇ, ਔਰ ਗੁਰਮੁਖ ਜਿੱਤ ਕੇ ਚੱਲੇ ਨੇ। ਮਹਾਰਾਜ ਕਹਿੰਦੇ ਸੱਚ ਦਾ ਨਾਮ ਦਾ ਵਪਾਰ ਕਰਨ ਵਾਲੇ ਸਹਿਜ ਕਰੋ ਵਿਆਪਾਰ। ਸਹਿਜੇ ਵਪਾਰ ਕਰਦੇ ਨਾਮ ਦਾ। ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਗੁਰਮੁਖ ਸਹਿਜ ਵਿੱਚ ਰਹਿ ਕੇ ਨਾਮ ਦਾ ਵਿਆਪਾਰ ਕਰਦੇ ਨੇ। ਆਪਾਂ ਵੀ ਨਾਮ ਦਾ ਵਪਾਰ ਕਰਨਾ ਹੈ। ਦੇਖ ਲਓ, ਵਿਚਾਰ ਕਰ ਲਓ।
ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਗੁਰੂ ਦੇ ਸ਼ਬਦ ਦਾ ਬੜਾ ਵੱਡਾ ਵਿਚਾਰ ਹੈ ਆਪਾਂ ਨੂੰ ਜਿਹੜਾ ਪ੍ਰਾਪਤ ਹੋ ਰਿਹਾ ਹੈ। ਹੁਣ ਸਤਿਗੁਰੂ ਮਹਾਰਾਜ ਜੀ 40ਵੀਂ ਪੌੜੀ 'ਚ ਗੁਰਮੁਖ ਦਾ ਫੇਰ ਲੱਛਣ ਕਰਦੇ। ਪਿਛਲੇ ਬੀਤੇ ਯੁੱਗਾਂ ਵਿੱਚ ਵੀ ਗੁਰਮੁਖ ਹੋਏ ਨੇ। ਹੁਣ ਕਿਹਨੂੰ ਗੁਰਮੁਖ ਕਹਿੰਦੇ ਨੇ? ਗੁਰਮੁਖ ਬੰਧਿਓ ਸੇਤ ਵਿਧਾਤਾ, ਰਚਨਹਾਰ ਕਰਤਾਰ ਵਾਹਿਗੁਰੂ ਨੇ ਗੁਰਮੁਖ ਰਾਮਚੰਦਰ ਰੂਪ ਹੋ ਕੇ ਸਮੁੰਦਰ ਤੇ ਪੁਲ ਬੰਨਿਆ। ਸੁਭਾਵ ਸੀ ਗੁਰਮੁਖ ਸੁਭਾਵ। ਪਿਛਲੇ ਬੀਤੇ ਯੁੱਗਾਂ 'ਚ ਵਸਿਸ਼ਟ ਮੁਨੀ ਜੀ ਗੁਰਮੁਖ ਹੋਏ ਨੇ, ਬ੍ਰਹਮ ਗਿਆਨੀ ਹੋਏ ਨੇ, ਰਾਮਚੰਦਰ ਜੀ ਦੇ ਗੁਰੂ ਹੋਏ ਨੇ। ਕਿਉਂਕਿ ਚਰਚਾ ਸਿੱਧਾਂ ਨਾਲ ਚੱਲ ਰਹੀ ਹੈ, ਉਹਨਾਂ ਨੂੰ ਦੱਸਦੇ ਨੇ ਦੇਖੋ ਵੀ ਪਿੱਛੇ ਵੀ ਹੋਏ ਨੇ ਕਿ ਵਿਧਾਤਾ ਨੇ, ਸਿਰਜਣਹਾਰ ਕਰਤਾਰ ਨੇ ਉਹ ਰੂਪ ਧਾਰਿਆ। ਇਹ ਬੜੀਆਂ ਡੂੰਘੀਆਂ ਵਿਚਾਰਾਂ ਨੇ ਕਿ ਇਹ ਕਿੱਦਾਂ ਧਾਰਿਆ, ਕੀ ਗੱਲ ਹੋਈ। ਪਰਮੇਸ਼ਰ ਕੋਈ ਕੰਮ ਡਾਇਰੈਕਟ ਨਹੀਂ ਕਰਦੇ, ਉਹ ਤਰੀਕੇ ਨਾਲ ਕਿਸੇ ਦੇ ਰਾਹੀਂ ਕਰਦੇ ਨੇ ਕਿਸੇ ਵੀ ਕਰਮ ਨੂੰ। ਇਹ ਸਾਰੀ ਫਿਲਾਸਫੀ 10ਵੇਂ ਪਾਤਸ਼ਾਹ ਨੇ 10ਵੇਂ ਗ੍ਰੰਥ ਵਿੱਚ ਜਿਹੜੇ 24 ਅਵਤਾਰ ਲਿਖਣੇ ਜਦੋਂ ਸ਼ੁਰੂ ਕੀਤੇ, ਉਹਦੇ ਮੂਹਰੇ 10-12 ਪੌੜੀਆਂ ਲਿਖੀਆਂ ਨੇ ਵੀ ਕਿਵੇਂ ਉਹ ਕਿਰਿਆ ਕਰਦਾ। ਜੇ ਪੜ੍ਹਨਾ ਹੋਵੇ ਜ਼ਰੂਰ ਪੜ੍ਹੋ। ਲੰਕਾ ਲੂਟੀ ਦੈਂਤ ਸੰਤਾਪੈ, ਫਿਰ ਰਾਵਣ ਤੋਂ ਸੋਨੇ ਦੀ ਲੰਕਾ ਲੁੱਟੀ ਅਤੇ ਦੈਂਤਾਂ ਨੂੰ ਦੁੱਖ ਦਿੱਤਾ। ਰਾਮਚੰਦ ਮਾਰਿਓ ਇਹ ਰਾਵਣ, ਰਾਮਚੰਦਰ ਨੇ ਹੰਕਾਰੀ ਰਾਵਣ ਨੂੰ ਮਾਰਿਆ। ਇਹ ਰਾਵਣ, ਹੰਕਾਰੀ ਰਾਵਣ ਜਿਹੜਾ ਬਹੁਤ ਹੰਕਾਰੀ ਸੀ ਵੀ ਸਾਰੇ ਦੇਵਤੇ ਮੇਰੇ ਵੱਸ ਵਿੱਚ ਨੇ, ਸਾਰੀ ਧਰਤੀ, ਸਾਰਾ ਸਵਰਗ, ਹਰ ਚੀਜ਼ ਮੇਰੇ ਵੱਸ ਵਿੱਚ ਹੈ, ਮੈਥੋਂ ਸਭ ਡਰਦੇ ਨੇ। ਇਹ ਦਿਖਾਉਣਾ ਹੁੰਦਾ ਆਪਾਂ ਦੁਨੀਆ ਵਾਲਿਆਂ ਨੂੰ ਵੀ ਕਿਸੇ ਬੰਦੇ 'ਚ ਕਿੰਨੀ ਪਾਵਰ ਆ ਜਾਵੇ। ਸਾਇੰਸ ਸਿਖਰਾਂ ਤੇ ਸੀ ਰਾਵਣ ਵੇਲੇ, ਉਡਣ ਖਟੋਲੇ 'ਚ ਜਾਂਦਾ ਸੀ ਰਾਵਣ, ਬਾਈ ਏਅਰ ਜਾਂਦਾ ਸੀ, ਉਹ ਵੀ ਬੜਾ ਕੁਝ ਸੀ। ਹੁਣ ਤਾਂ ਆਪਣੇ ਕੋਲ ਇੰਨਾ ਕੁਝ ਆਪਣੇ ਕੋਲ ਹੁਣ ਨਹੀਂ ਹੈ ਸਾਇੰਸ ਕੋਲੇ ਹਲੇ, ਜਿੰਨਾ ਰਾਵਣ ਵੇਲੇ ਸੀ। ਬਹੁਤ ਜ਼ਿਆਦਾ ਸਾਇੰਸ ਸੀ, ਪਰ ਕਿੱਧਰ ਗਿਆ ਉਹ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿਉਂਕਿ ਉਹ ਜਿਹੜਾ ਰਾਵਣ ਨੂੰ ਮਾਰਨਾ ਸੀ ਨਾ, ਗੁਰਮੁਖ ਰਾਮਚੰਦਰ ਜੀ ਗਏ ਤਾਂ ਗੁਰਮੁਖ ਭਵੀਖਣ ਉਹਨਾਂ ਨੂੰ ਮਿਲਿਆ। ਇਹ ਹੁਣ ਦੈਂਤ ਕੁਲ ਹੈ, ਦੈਂਤ ਕੁਲ ਵਿੱਚ ਪ੍ਰਹਿਲਾਦ ਜੀ ਵੀ ਗੁਰਮੁਖ ਹੋਏ ਨੇ, ਹਰਨਾਕਸ਼ ਦੈਂਤ ਹੋਇਆ। ਗੱਲ ਤੇ ਮਨੁੱਖ ਦੇ ਸੁਭਾਅ ਦੀ ਹੈ ਕਿ ਜਿਹਦਾ ਸੁਭਾਅ ਦੈਂਤਾਂ ਵਾਲਾ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦੇਖੋ ਭੇਦ ਭਵੀਖਣ ਗੁਰਮੁਖ ਪਰਚਾਇਣ। ਗੁਰਮੁਖ ਭਵੀਖਣ ਨੇ ਰਾਵਣ ਨੂੰ ਮਾਰਨ ਲਈ ਭੇਦ ਦੱਸਿਆ ਤੇ ਰਾਮਚੰਦਰ ਜੀ ਨਾਲ ਪਰਚਾ ਪਾਇਆ। ਉਦੋਂ ਉਹੀ ਵੱਡੇ ਸਨ ਉਹਨਾਂ ਯੁੱਗਾਂ ਦੇ ਵਿੱਚ। ਪਰਚਾਇਣ ਭਾਵ ਗਿਆਨ ਦੀ ਜਾਣਕਾਰੀ ਦੇਣੀ ਅਗਲੇ ਨੂੰ। ਭਰਾ ਹੋ ਕੇ ਭਰਾ ਦਾ ਭੇਦ ਦੱਸਿਆ। ਕਿਉਂ? ਗੁਰਮੁਖ ਜਾਣਦਾ ਸੀ ਕਿ ਮੇਰਾ ਭਰਾ ਮਨਮੁਖ ਹੈ ਰਾਵਣ। ਮਨਮੁਖ ਜਿੰਨਾ ਚਿਰ ਜਿਉਂਦਾ ਹੈ ਉਨਾ ਚਿਰ ਇਹਨੇ ਗਲਤੀ ਕਰਨੀ ਹੈ। ਅੱਜ ਇੱਕ ਸੀਤਾ ਲਿਆਇਆ, ਕੱਲ ਨੂੰ ਫਿਰ ਹੋਰ ਚੁੱਕ ਕੇ ਲਿਆਊ, ਪਰਸੋਂ ਨੂੰ ਕਿਸੇ ਥਾਂ ਹੋਰ ਗਲਤੀ ਕਰੂ, ਫਿਰ ਲੋਕਾਂ ਦੀਆਂ ਹੋਰ ਇਸਤੀਆਂ। ਇਹ ਬੰਦਾ ਗਲਤੀ ਕਰਨ, ਇਹਨੂੰ ਮਾਰਨਾ ਹੀ ਚੰਗਾ। ਜਿਹੜੇ ਅੰਗ ਨੂੰ ਕੈਂਸਰ ਹੋ ਜੇ ਕੱਟ ਦੇਣਾ ਹੀ ਚੰਗਾ। ਸੋ ਇਸ ਕਰਕੇ ਉਹ ਵੀ ਚਾਹੁੰਦਾ ਸੀ ਕਿ ਧਰਮ ਦਾ ਰਾਜ ਚੱਲੇ ਦੁਨੀਆ ਦੇ ਉੱਤੇ। ਰਾਵਣ ਦਾ ਤਾਂ ਇੰਨਾ ਮਾੜਾ ਕੰਮ ਸੀ ਕਿ ਰਿਸ਼ੀਆਂ ਮੁਨੀਆਂ ਨੂੰ ਜਾ ਕੇ ਕਹਿਣ ਲੱਗਿਆ ਟੈਕਸ ਲੈਣਾ ਤੁਹਾਤੋਂ, ਮੇਰੇ ਰਾਜ 'ਚ ਰਹਿੰਦੇ ਹੋ। ਉਹ ਕਹਿੰਦੇ ਅਸੀਂ ਕਿਹੜਾ ਕੁਝ ਕਮਾਉਨੇ ਆ। ਕਹਿੰਦੇ ਨਹੀਂ ਕਮਾਉਂਦੇ, ਆਪਣਾ ਖੂਨ ਦਿਓ। ਉਹਨਾਂ ਦਾ ਖੂਨ ਕੱਢ ਕੇ ਰਾਵਣ ਨੇ ਵੱਡੇ ਬਾਟੇ ਭਰ ਪੀਤੇ। ਇਹ ਟੈਕਸ ਹੋ ਗਿਆ ਉਹਨਾਂ ਨੂੰ। ਪਰਮੇਸ਼ਰ ਜੀ ਨੂੰ ਫਿਰ ਇਹ ਗੱਲ ਪਾਉਂਦੀ ਨਹੀਂ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਗੁਰਮੁਖ ਸਾਇਰ ਪਾਹਣ ਤਾਰੇ। ਗੁਰਮੁਖ ਰਾਮਚੰਦਰ ਨੇ ਸਮੁੰਦਰ ਉੱਤੇ ਪੁਲ ਬੰਨਿਆ ਤੇ ਰਾਮ ਦਾ ਨਾਮ ਲਿਖ ਕੇ ਪਾਣੀ ਉੱਤੇ ਪੱਥਰ ਤਾਰੇ। ਰਾਮਚੰਦਰ ਜੀ ਨੇ ਤਾਂ ਮਹਿਮਾ ਰਾਮ ਦੇ ਨਾਮ ਦੀ ਕਰਵਾਈ। ਰਾਮਚੰਦਰ ਨਾਮ ਰਾਮਚੰਦਰ ਜੀ ਦਾ ਹੈ ਤੇ ਰਾਮ ਨਾਮ ਪਰਮੇਸ਼ਰ ਦਾ ਹੈ। ਸੋ ਇਸ ਕਰਕੇ ਰਾਮਚੰਦਰ ਜੀ ਨੇ ਦੱਸਿਆ ਕਿ ਰਾਮ ਦੀ ਮਹਿਮਾ ਵੱਡੀ ਹੈ। ਕ੍ਰਿਸ਼ਨ ਜੀ ਨੇ ਵੀ ਰਾਮ ਦੀ ਮਹਿਮਾ ਹੀ ਵੱਡੀ ਲਿਖਾਈ ਸੀ। ਪਰ ਹੁਣ ਦੁਨੀਆ ਨਹੀਂ ਨਾ ਸਮਝਦੀ ਇਸ ਗੱਲ ਨੂੰ ਕਿ ਰਾਮ ਜੋ ਰਮਿਆ ਪਰਮੇਸ਼ਰ ਹੈ, ਉਹਦੀ ਮਹਿਮਾ ਵੱਡੀ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਇਹੀ ਸੰਸਾਰ ਦੇ ਅੰਦਰ ਉਪਦੇਸ਼ ਦਿੱਤਾ ਕਿ ਭਾਈ ਨਾਮ ਵੱਡਾ ਹੈ। ਨਹੀਂ ਤਾਂ ਕਹਿ ਸਕਦੇ ਧੰਨ ਗੁਰੂ ਨਾਨਕ ਆਖੋ ਤੇ, ਪਰ ਧੰਨ ਗੁਰੂ ਨਾਨਕ ਨੇ ਸਾਨੂੰ ਕੀ ਕਿਹਾ ਕਿ ਵਾਹਿਗੁਰੂ ਵਾਹਿਗੁਰੂ ਆਖੋ। ਪਰ ਇਹ ਵੀ ਨਹੀਂ ਕਿ ਆਪਾਂ ਹੁਣ ਧੰਨ ਗੁਰੂ ਨਾਨਕ ਸਾਹਿਬ ਦਾ ਨਾਂ ਹੀ ਲੈਣੋਂ ਹਟ ਜਾਈਏ। ਨਹੀਂ, ਸ਼ੁਕਰਾਨਾ ਕਰਨਾ ਹੈ। ਧੰਨ ਗੁਰੂ ਨਾਨਕ ਦੀ ਬੇਸ਼ੱਕ ਮਾਲਾ ਫੇਰੋ, ਥੈਂਕ ਯੂ ਕਰੋ, ਬਾਰ-ਬਾਰ ਉਹਨਾਂ ਦਾ ਧੰਨਵਾਦ ਕਰੋ।
ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਵੀ ਰਾਮਚੰਦਰ ਜੀ ਨੇ ਦੇਖੋ ਕਿੰਨਾ ਵੱਡਾ ਕਰਮ ਕਰਕੇ ਦਿਖਾਇਆ, ਨਾਮ ਪੱਥਰ ਤੇ ਲਿਖ ਕੇ ਪੱਥਰ ਦਾ ਪੁਲ ਬਣਾ ਦਿੱਤਾ। ਗੁਰਮੁਖ ਕੋਟ 33 ਉਧਾਰੇ। ਇਸ ਤਰ੍ਹਾਂ ਗੁਰਮੁਖ ਨੇ 33 ਕਰੋੜ ਲੋਕ ਭਾਵ ਬੇਅੰਤ ਜੀਵ ਸੰਸਾਰ ਸਾਗਰ ਤੋਂ ਉਤਾਰਤੇ, ਕਿਉਂਕਿ ਪਰਮੇਸ਼ਰ ਨੇ ਗੁਰਮੁਖਾਂ ਲਈ ਨਾਮ ਰੂਪੀ ਸੰਸਾਰ ਸਾਗਰ ਤੇ ਤਰਨ ਲਈ ਨਾਮ ਰੂਪੀ ਪੁਲ ਬੰਨਿਆ। ਨਾਮ ਦੀ ਬਰਕਤ ਨਾਲ ਗੁਰਮੁਖ ਰੂਪੀ ਰਾਮਚੰਦਰ ਨੇ ਦੇਹ ਰੂਪੀ ਲੰਕਾ ਨੂੰ ਕਾਮ ਆਦਿਕ ਦੈਂਤਾਂ ਦੇ ਕਬਜ਼ੇ ਚੋਂ ਛੁਡਾਇਆ। ਇਹ ਅੰਤਰੀਵ ਅਲੰਕਾਰ ਹੈ ਇਹਦਾ ਹੁਣ। ਅਤੇ ਹੰਕਾਰ ਰੂਪੀ ਰਾਵਣ ਨੂੰ ਮਾਰ ਮੁਕਾਇਆ। ਜਿਵੇਂ ਭਵੀਖਣ ਦਾ ਭੇਦ ਦੱਸਣਾ ਰਾਵਣ ਨੂੰ ਮਾਰਨ ਵਿੱਚ ਕੰਮ ਆਇਆ, ਤਿਵੇਂ ਗੁਰੂ ਦਾ ਬਖਸ਼ਿਆ ਸ਼ਬਦ ਗੁਰਮੁਖ ਦੇ ਕੰਮ ਆਇਆ। ਜਿਵੇਂ ਰਾਮਚੰਦਰ ਜੀ ਨੇ ਸਮੁੰਦਰ ਤੇ ਪੁਲ ਬੰਨ੍ਹਦਿਆਂ ਪੱਥਰਾਂ ਤੇ ਰਾਮ ਨਾਮ ਲਿਖ ਕੇ ਪਾਣੀ ਤੋਂ ਤਾਰਿਆ ਨਾ, ਗੁਰਮੁਖ ਨੇ ਬੇਅੰਤ ਪੱਥਰਵਤ ਪਾਪੀ ਜੀਵਾਂ ਨੂੰ ਸੰਸਾਰ ਸਾਗਰ ਤੋਂ ਤਾਰਤਾ ਨਾਮ ਜਪਾ ਕੇ। ਤੱਤ ਇਹ ਹੈ ਕਿ ਗੁਰਮੁਖ ਨੇ ਨਾਮ ਦੀ ਕਣੀ ਦੇ ਕੇ 33 ਕਰੋੜ ਭਾਵ ਅਣਗਿਣਤ ਜੀਵਾਂ ਦਾ ਉਧਾਰ ਕਰ ਦਿੱਤਾ। ਇੱਥੇ ਇਹ ਆਇਆ ਕਿ ਗੁਰਮੁਖ ਨੇ ਉਹ 33 ਕਰੋੜ ਭਾਵ ਜਿਹੜਾ ਦੇਵਤਾ ਸੀ ਨਾ, ਉਹ ਰਾਮਚੰਦਰ ਜੀ ਨੇ ਛੁਡਾਇਆ, ਕਿਉਂਕਿ ਰਾਵਣ ਨੇ ਆਪਣੇ ਕਾਬੂ 'ਚ ਕੀਤੇ ਹੋਏ ਸੀ ਸਾਰੇ। ਉਹ ਬੜੇ ਦੁਖੀ ਸੀ ਦੇਵਤੇ ਵੀ ਸਾਰੇ। ਇਹ ਪਰਮੇਸ਼ਰ ਜੀ ਦੀ ਇੱਕ ਖੇਡ ਹੁੰਦੀ ਹੈ। ਜਦੋਂ ਦੇਵਤਿਆਂ ਨੂੰ ਹੰਕਾਰ ਹੋ ਜਾਂਦਾ ਤਾਂ ਦੈਂਤ ਉਹਨਾਂ ਦੇ ਪਿੱਛੇ ਪਾ ਦਿੰਦਾ। ਜਦੋਂ ਫਿਰ ਦੈਂਤਾਂ ਨੂੰ ਹੰਕਾਰ ਹੋ ਜਾਂਦਾ ਤਾਂ ਆਪ ਰੂਪ ਧਾਰਨ ਕਰਕੇ ਦੈਂਤਾਂ ਨੂੰ ਮਾਰ ਕੇ ਦੇਵਤਿਆਂ ਨੂੰ ਰਾਜ ਦੇ ਕੇ ਦੈਂਤਾਂ ਦਾ ਹੰਕਾਰ ਤੋੜ। ਪਰਮੇਸ਼ਰ ਜੀ ਨੇ ਸਦਾ ਹੀ ਜਿਹਨੂੰ ਵੀ ਹੰਕਾਰ ਆਇਆ ਨਾ ਉਸੇ ਨੂੰ ਮਾਰਿਆ, ਚਾਹੇ ਉਹ ਦੇਵਤੇ ਨੇ ਚਾਹੇ ਉਹ ਦੈਂਤ ਨੇ। ਔਰ ਆਪਣੇ ਇਤਿਹਾਸ ਵਿੱਚ ਵੀ ਐਸਾ ਜ਼ਿਕਰ ਆ ਜਾਂਦਾ ਕਿ ਜਦੋਂ ਵੀ ਕਿਸੇ ਨੂੰ ਹੰਕਾਰ ਹੋਇਆ ਨਾ, ਦਸਾਂ ਗੁਰਾਂ ਦੇ ਇਤਿਹਾਸ ਵੀ ਪੜ੍ਹ ਲਓ ਵੀ ਸਤਿਗੁਰੂ ਜੀ ਨੂੰ ਹੰਕਾਰ ਨਹੀਂ ਪਾਉਂਦਾ, ਹਰ ਜੀਉ ਹੰਕਾਰ ਨਾ ਪਾਵੇ। ਹੁਣ ਵੀ ਨਹੀਂ ਮੋਹ ਪਾਉਂਦਾ ਮਹਾਰਾਜ ਨੂੰ। ਜਿਹੜਾ ਵੀ ਗੁਰੂ ਘਰ 'ਚ ਕੋਈ ਸੇਵਾ ਕਰੇ ਜਾਂ ਕਿਤੇ ਵੀ ਕੋਈ ਭਗਤੀ ਕਰੇ, ਕੋਈ ਹੋਰ ਕਰੇ, ਉਹ ਹੰਕਾਰ ਨਾ ਕਰੇ। ਜੇ ਕੋਈ ਹੰਕਾਰ ਕਰੂਗਾ ਤਾਂ ਮਰੂਗਾ ਹੀ ਮਰੂਗਾ। ਪਰਮੇਸ਼ਰ ਜੀ ਨੂੰ ਪਾਉਂਦਾ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। 40 ਪੌੜੀਆਂ ਤੱਕ, ਕੁੱਲ 73 ਪੌੜੀਆਂ ਹਨ। ਸਰਵਣ ਕਰਾਂਗੇ ਅੱਗੇ ਪਿਆਰ ਨਾਲ। ਸਤਿਗੁਰੂ ਜੀ ਨੇ ਕੀ ਦੱਸਿਆ? ਵੱਡਾ ਨਾਮ ਪੱਥਰ। ਅਸੀਂ ਪੱਥਰਵਤ ਜੀਵ ਹਾਂ। ਸਾਡੇ ਹਿਰਦਿਆਂ 'ਚ ਇਹ ਨਾਮ ਲਿਖਿਆ ਗਿਆ, ਤਰ ਜਾਵਾਂਗੇ ਸੰਸਾਰ ਸਾਗਰ ਤੋਂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।